है ਉਹਦੀ ਮੀਟਿੰਗ ਹੈਗੀ ਹੈ ਐਗਜ਼ੈਕਟਿਵ ਦੀ ਔਰ ਐਗਜ਼ੈਕਟਿਵ ਦੇ ਮੈਂਬਰ ਬਿਨਾ 3 ਬੰਦੇ ਸਪੈਸ਼ਲ ਇਨਵਾਈਟੀ ਹੈਗੇ ਨੇ ਸਰਦਾਰ ਹਰਮਨਜੀਤ ਸਿੰਘ ਜੀ ਸਰਦਾਰ ਅਵਤਾਰ ਸਿੰਘ ਜੀ ਤੇ ਸਰਦਾਰ ਤਰਵਿੰਦਰ ਸਿੰਘ ਮਾਰਵਾ ਉਹਦੇ ਇਲਾਵਾ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਾਹਰ ਚਲੇ ਜਾਓ ਜਿਹੜੇ ਸਪੈਸ਼ਲ ਇਨਵਾਈਟੀ ਮੈਂ ਬੁਲਾਏ ਗਏ ਨੇ ਸਾਰੇ ਮੈਂਬਰਾਂ ਨੂੰ ਉਹ ਸਾਰੇ ਬਹਿ ਸਕਦੇ ਉਹਦੇ ਇਲਾਵਾ ਜਿਹੜਾ ਬਾਹਰ ਜਾਣਾ ਦੇਖੋ ਮੈਂ ਇੱਕ ਗੱਲ ਹੈ ਕਿ ਅਗਰ ਇੱਕ ਖਲਲ ਪਾਣੀ ਹੈ ਤੇ ਗੱਲ ਵੱਖਰੀ ਹੈ ਜੇ ਤੁਸੀਂ ਕਰ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਹੈਗੀ ਤੁਸੀਂ ਆਪਣੀ ਵੱਖਰੀ ਮੀਟਿੰਗ ਕਰੋ ਮੈਨੂੰ ਕੋਈ ਗੱਲ ਨਹੀਂ ਕਰ ਲੈਂਦੇ ਅਸੀਂ ਤੁਸੀਂ ਬੈਠ ਤਾਂ ਮੈਨੂੰ ਕੋਈ ਦਿੱਕਤ ਵੱਖਰੀ ਮੀਟਿੰਗ ਕਰ ਲੈਂਦੇ ਕੋਈ ਕੰਮ ਮੈਨੂੰ ਜੀ ਸਾਹਿਬ ਇੱਕ ਕਾਨਫਰੰਸ ਹੋ ਪਹਿਲਾਂ ਆਪਾਂ ਕਿਹਾ ਹੋਇਆ ਸੀ ਜਿੱਥੇ ਕਰਨਾ ਚਾਹ ਕਰ ਲੈਣ ਕੋਈ ਦਿੱਕਤ ਥੋੜੀ ਚਿੱਠੀ ਪਹਿਲੇ ਸਾਡੀ ਨਿਕਲੀ ਸੀ ਅਸੀਂ ਕਾਨਫਰੰਸ ਵਿੱਚ ਕਰ ਰਹੇ ਗੁਰਦੁਆਰਾ ਕਮੇਟੀ ਦੀ ਹੁੰਦੀ ਹੈ ਨਹੀਂ ਚਿੱਠੀ ਪਹਿਲੇ ਕੱਢੀ ਹੈ ਅਸੀਂ ਕਾਨਫਰੰਸ ਰੂਮ ਵਿੱਚ ਰੱਖੀ ਹੈ ਤੁਸੀਂ ਬਾਹਰ ਕਿਧਰ ਕਰ ਲਓ ਆਬਜੈਕਸ਼ਨ ਥੋੜੀ ਹੈ ਉਸੇ ਮੀਟਿੰਗ ਨੂੰ ਹੀ 15 ਜਿਹੜੇ ਵਿੱਚ ਏਜੰਡਾ ਐਡ ਕੀਤਾ ਗਿਆ ਨਹੀਂ ਉਸ ਮੀਟਿੰਗ ਦਾ ਏਜੰਡਾ ਨਹੀਂ ਅਸੀਂ ਪਹਿਲਾਂ ਇਦਾਂ ਕਰਦੇ ਹਾਂ ਪਹਿਲਾਂ ਅਸੀਂ ਬੈਠ ਲਈਏ ਫਿਰ ਆਪਾਂ ਫੈਸਲਾ ਕਰ ਲੈਂਦੇ ਕਿਹਨੇ ਬੈਠਾ ਕਿਹਨੇ ਨਹੀਂ ਚਲੋ ਬੈਠ ਕੇ ਗੱਲ ਕਰ ਲਓ ਨਹੀਂ ਇਦਾਂ ਨਹੀਂ ਪਹਿਲਾਂ ਐਗਜ਼ੈਕਟਿਵ ਦੇ ਮੈਂਬਰ ਬੈਠਣਗੇ ਆਪਾਂ ਕਰ ਲੈਂਦੇ ਫੈਸਲਾ ਕਿਹਨੇ ਹਾਂ ਇਹ ਠੀਕ ਆ ਗੱਲ ਬਹਿ ਜਾ ਬਾਕੀ ਐਗਜ਼ੈਕਟਿਵ ਮੈਂਬਰ ਬਾਕੀ ਬਾਅਦ ਬਾਕੀ ਕੁਰਸੀ ਦੇ ਲੋ ਐਗਜ਼ੈਕਟਿਵ ਮੈਂਬਰ ਕਮੇਟੀ ਨੇ ਇਹ ਠੀਕ ਆ ਗੱਲ ਬਹਿ ਜਾ ਐਗਜ਼ੈਕਟਿਵ ਪਹਿਲਾਂ ਬਹਿ ਜਾ ਬਈ ਸਾ ਐਗਜ਼ੈਕਟਿਵ ਮੈਂਬਰ ਜਗ੍ਹਾ ਦੋ ਕੌਣ ਰਹਿ ਗਿਆ ਆਓ ਇੱਥੇ ਮੇਰੇ ਕੁਰਸੀ ਅੱਗੇ ਦੇ ਦੇ ਅੱਗੇ ਦੇ ਨਾ ਇਹ ਐਗਜ਼ੈਕਟਿਵ ਮੈਂਬਰ ਜਿਹੜੇ ਐਮਪੀ ਦੇ ਨਹੀਂ ਚਲੇ ਜਾਣ ਦੋ ਮਹੀਨੇ ਚ ਬੁਲਾ ਲਾਂਗੇ ਤੁਹਾਨੂੰ ਜਿਹਨੂੰ ਕਹਿਣਗੇ ਸਿੱਧਾ ਜੀ ਬੁਲਾ ਲੈਣਗੇ ਉਸ ਨੂੰ ਨਹੀਂ ਆਪਾਂ ਸਪੈਸ਼ਲ ਇਨਵਾਈਟੀ ਜੇ ਬੁਲਾਏ ਨੇ ਨਾ ਆਪਾਂ ਐਗਜ਼ੈਕਟਿਵ ਦੇ ਮੈਂਬਰ ਬੈਠ ਕੇ ਕੋਈ ਦਿੱਕਤ ਨਹੀਂ ਹੈਗੀ ਆਪਾਂ ਸਪੈਸ਼ਲ ਇਨਵਾਈਟੀ ਬੁਲਾਉਣੀ ਤਾਂ ਇੱਥੇ ਨਹੀਂ ਹੁੰਦਾ ਇੱਕ ਸਪੈਸ਼ਲ ਮੀਟਿੰਗ ਸਾਰੇ ਬੈਠੇ ਇਹ ਤਾਂ ਨਹੀਂ ਹੁੰਦਾ ਮੇਰੀ ਗੱਲ ਸਮਝੋ ਇਹ ਤਾਂ ਆਪਾਂ ਨੂੰ ਕ੍ਰੀਏਟ ਕਰਨਾ ਚਾਹੀਦਾ ਕੋਈ ਨਹੀਂ ਕੋਈ ਗੱਲ ਨਹੀਂ ਇਹਦੇ ਕੋਈ ਕ੍ਰੀਏਟ ਵਾਲੀ ਗੱਲ ਹੈ ਬਾਤ ਸਾਹਿਬ ਬੈਠੇ ਨਹੀਂ ਮੀਟਿੰਗ ਕਾਲ ਪਹਿਲਾਂ ਵੀ ਕੀਤੀ ਤੇ 1.5 ਸਾਲ ਤੋਂ ਤਾਂ ਮੀਟਿੰਗ ਸੱਦੀ ਨਹੀਂ ਅਸੀਂ ਕਹਿ ਕੇ ਥੱਕ ਗਏ ਤੁਹਾਨੂੰ ਅੱਜ ਤੁਸੀਂ ਕਹਿੰਦੇ ਮੈਂ ਸਪੈਸ਼ਲ ਇਨਵਾਈਟੀ ਵੀ ਬੁਲਾ ਲਿਆ ਤੇ ਫਿਰ ਮਾਰ ਸਾਹਿਬ ਫੋਨ ਕੀ ਲੋੜ ਪੈ ਗਈ ਸੀ ਹੁਣ ਕੋਈ ਗੱਲ ਨਹੀਂ ਜੇ ਤੁਸੀਂ ਮੀਟਿੰਗ ਆਪਣੀ ਕਰਨੀ ਤੁਸੀਂ ਕਰੋ ਆਪਣੇ ਕਮਰੇ ਜਾ ਕੇ ਇੱਥੇ ਪਹਿਲੇ ਮੀਟਿੰਗ ਰੱਖੀ ਹੋਈ ਹੈ ਐਗਜ਼ੈਕਟਿਵ ਦੀ ਐਗਜ਼ੈਕਟਿਵ ਕਮਾਂਡ ਆਇਆ ਪ੍ਰਧਾਨ ਨੇ ਕਾਲ ਕੀਤੀ ਮੀਟਿੰਗ ਪ੍ਰਧਾਨ ਰੈਜ਼ੀਗਨੇਸ਼ਨ ਦੇ ਚੁੱਕੇ ਆ ਕੋਈ ਗੱਲ ਨਹੀਂ ਪ੍ਰਧਾਨ ਕੋਲ ਰਾਈਟ ਹੀ ਹੈ ਨਹੀਂ ਬੁਲਾਉਣ ਦਾ ਰਿਜ਼ਾਈਨ ਤਾਂ ਤੁਸੀਂ ਆਪਣਾ ਦਿੱਤਾ ਸੀ ਕਿਹੜਾ ਲਿਓ ਮੇਰਾ ਰੱਖ ਦਿਓ ਜੇ ਇੱਥੇ ਮੈਂ ਆਪਣਾ ਰਿਜ਼ਾਈਨ ਮੇਰਾ ਰੱਖ ਦਿਓ ਕੋਈ ਗੱਲ ਨਹੀਂ ਮੈਂ ਤਾਂ ਤੁਸੀਂ ਕਹਿ ਕੇ ਦਵਾਇਆ ਸੀਗਾ ਵੀ ਮੈਂ ਤਾਂ ਐਕਸੈਪਟ ਕਰਨਾ ਹੀ ਨਹੀਂ ਹੈ ਮੈਂ ਸਾਰੇ ਮੀਡੀਆ ਦੇ ਸਾਹਮਣੇ ਕਹਿ ਰਿਹਾ ਤੁਸੀਂ ਦਵਾਇਆ ਸੀਗਾ ਕਿ ਮੈਂ ਤਾਂ ਐਕਸੈਪਟ ਕਰਨਾ ਇਹਨੂੰ ਫਾਰਮੈਲਿਟੀ ਕਰ ਦੇ ਚਲੋ ਠੀਕ ਭਾਈ ਮੇਰੀ ਰਿਕੁਐਸਟ ਆਇਆ ਆਪਣੇ ਕੈਮਰੇ ਦੇ ਬਾਰੇ ਤੁਸੀਂ ਵੇਟ ਕਰ ਰਹੇ ਮੀਟਿੰਗ ਕਰਦੇ ਫਿਰ ਤੁਹਾਨੂੰ ਆ ਮੀਟਿੰਗ ਹੋ ਜੇ ਉਸ ਤੋਂ ਬਾਅਦ ਆ ਜਾਣਾ ਮੀਟਿੰਗ ਕਰ ਦੋ ਇਨਵਾਈਟੀ ਇੱਥੇ ਬੁਲਾਈ ਗਏ ਨੇ ਹਲੇ ਇਹਨਾਂ ਦੀ ਲੋੜ ਨਹੀਂ ਹੈ ਸਿਰਫ ਐਗਜ਼ੈਕਟਿਵ ਦੇ ਮੈਂਬਰ ਬੈਠਣਗੇ ਉਸ ਤੋਂ ਬਾਅਦ ਸਾਰੇ ਆਪਣੇ ਚਲੇ ਜਾਓ ਉਸ ਤੋਂ ਬਾਅਦ ਇੱਥੇ ਸ਼ੁਰੂ ਕਰਾਂਗੇ ਅਸੀਂ ਕੰਮ ਮੈਨੇਜਮੈਂਟ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ ਇਸ ਹਾਲ 'ਚ ਬੁਲਾਈ ਗਈ ਸੀ ਜਦੋਂ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਔਰ ਬਾਕੀ ਆਫਿਸ ਵੀਰਾਂ ਨੂੰ ਦੱਸਿਆ ਕਿ ਡਾਇਰੈਕਟਰ ਗੁਰਦੁਆਰਾ ਵੱਲੋਂ ਨੂੰ ਅਸੀਂ ਪੁੱਛਿਆ ਸੀ ਕਿ ਮੈਂ ਜਿਹੜਾ ਰਿਜ਼ਾਈਨ ਕੀਤਾ ਹੈ ਉਹਦਾ ਮੈਂ ਕੀ ਕਰ ਸਕਦਾ ਐਕਸੈਪਟ ਹੋ ਸਕਦਾ ਹੈ ਜਗਦੀਪ ਸਿੰਘ ਕਾਲੋ ਜੀ ਦੇ ਮਾਰਫਤ ਤੋਂ ਤੇ ਗੁਰਦੁਆਰਾ ਡਾਇਰੈਕਟਰ ਤੋਂ ਜਵਾਬ ਆਇਆ ਕਿ ਰਿਜ਼ਾਈਨ ਜਿਹੜਾ ਹੈ ਉਹ ਐਕਸੈਪਟ ਨਹੀਂ ਹੋ ਸਕਦਾ ਇਹਦੀ ਪਾਵਰ ਕੇਵਲ ਜਨਰਲ ਹਾਊਸ ਕੋਲ ਆ ਕਮੇਟੀ ਕੋਲ ਆ ਦੂਜੀ ਗੱਲ ਪੁੱਛੀ ਗਈ ਕਿ ਕਿਆ ਇਹ ਪਾਵਰ ਨੂੰ ਅਸੀਂ ਡੈਲੀਗੇਟ ਕਰਕੇ ਦੇ ਸਕਦੇ ਹਾਂ ਕਿਸੇ ਨੂੰ ਉਹਦੇ 'ਚ ਉਹਨਾਂ ਕਿਹਾ ਕਿ ਨਹੀਂ ਰੂਲ ਦੇ ਤਹਿਤ ਐਕਟ ਦੇ ਪ੍ਰੋਵੀਜ਼ਨ ਤਹਿਤ ਜਦੋਂ ਤੱਕ ਜਨਰਲ ਹਾਊਸ ਕਿਸੇ ਨੂੰ ਪਾਵਰ ਨਹੀਂ ਦਿੰਦਾ ਜਾਂ ਜਿਹੜਾ ਆਦਮੀ ਪ੍ਰੈਜ਼ੀਡੈਂਟ ਬੈਠਾ ਹੈ ਜਾਂ ਆਫਿਸ ਵੀਰੋ ਬੈਠਾ ਉਹ ਆਪ ਆਪਣੀ ਕੁਰਸੀ ਨਹੀਂ ਛੱਡਦਾ ਨਵਾਂ ਬੰਦਾ ਇਲੈਕਟ ਨਹੀਂ ਹੁੰਦਾ ਉਦੋਂ ਤੱਕ ਕਿਸੇ ਨੂੰ ਵੀ ਕੋਈ ਪਾਵਰ ਨਹੀਂ ਦਿੱਤੀ ਜਾ ਸਕਦੀ ਤੀਜੀ ਗੱਲ ਪੁੱਛੀ ਸੀਗੀ ਕਿ ਕਿਆ ਐਗਜ਼ੈਕਟਿਵ ਬੁਲਾਈ ਜਾ ਸਕਦੀ ਹੈ ਉਹਨਾਂ ਨੇ ਕਿਹਾ ਇਹਦੀ ਟਰਨਿਓਰ ਖਤਮ ਹੋ ਚੁੱਕੀ ਆ ਅਗਲੀ ਫਾਈਲ ਐਲਜੀ ਸਾਹਿਬ ਕੋ ਪੈਂਡਿੰਗ ਆ ਉਦੋਂ ਤੱਕ ਅਗਰ ਕੋਈ ਵੀ ਤੁਸੀਂ ਇੱਥੇ ਕਾਰਵਾਈ ਕਰਦੇ ਜੋ ਸਵਾਲਾਂ ਦੇ ਘੇਰੇ 'ਚ ਆਊਗੀ ਸੋ ਅੱਜ ਅਸੀਂ ਜਿਹਨਾਂ ਨੂੰ ਜਾਣਕਾਰੀ ਦਿੱਤੀ ਉਹ ਐਗਜ਼ੈਕਟਿਵ ਦਾ ਕਮਰਾ ਛੱਡ ਕੇ ਆਪਣੇ ਦਫ਼ਤਰ ਚਲੇ ਗਏ ਕਹਿੰਦੇ ਇਹ ਤਾਂ ਵੱਖਰੀ ਕਮੇਟੀ ਮੀਟਿੰਗ ਹੈ ਜੋ ਮਰਜ਼ੀ ਕਰੋ ਆਪਣੀ ਕਮੇਟੀ 'ਚ ਕਹਿੰਦੇ ਜੀ ਅਸੀਂ ਫਲਾਣੇ ਨੂੰ ਹੁਣ ਬਣਾਤਾ ਪ੍ਰਧਾਨ ਅਸੀਂ ਨੂੰ ਚਾਰਜ ਦੇ ਦਿੱਤਾ ਦਿਓ ਉਹਨੂੰ ਪ੍ਰਧਾਨ ਮੰਤਰੀ ਦਾ ਚਾਰਜ ਦਿਓ ਕਿਹਨੇ ਮਨਾ ਕੀਤਾ ਹੈ ਤੁਸੀਂ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਦਾ ਚਾਰਜ ਵੀ ਦੇ ਦਿਓ ਮਰਜ਼ੀ ਨਾਲ ਜਿਹਨੂੰ ਮਰਜ਼ੀ ਦੇ ਚੱਲੋ ਜਿਹੜੇ ਕਾਨੂੰਨ ਦੀ ਗੱਲ ਆ ਉਹਦੇ ਦਾਇਰੇ ਦੇ ਅੰਦਰ ਉਹਦੇ ਅੰਦਰ ਬੜਾ ਕਲੀਅਰ ਆ ਕਿ ਭਾਈ ਇਹ ਕਾਨੂੰਨ ਦੇ ਦਾਇਰੇ ਨਾਲ ਚੱਲਣਾ ਕਮੇਟੀ ਇਹ ਐਕਟ ਦੇ ਪ੍ਰੋਵੀਜ਼ਨ ਨਾਲ ਚੱਲਣੀ ਆ ਜਿਹੜੇ ਬੈਂਕ ਨੇ ਜਿਹੜੇ ਇੰਸਟੀਟਿਊਸ਼ਨਸ ਨੇ ਜਿਹੜੀ ਸਰਕਾਰ ਆ ਉਹਨਾਂ ਐਕਟ ਨੂੰ ਮੰਨਣਾ ਹੈ ਔਰ ਨਵਾਂ ਪਿਆਰ ਤੁਹਾਡਾ ਅਗਰ ਆਮ ਆਦਮੀ ਪਾਰਟੀ ਨਾਲ ਪੈ ਗਿਆ ਤਾਂ ਤੁਸੀਂ ਉਹਨੂੰ ਲਿਆਉਣਾ ਚਾਹੁੰਦੇ ਜੇ ਆਪਣੀ ਪੰਜਾਬ ਦੀ ਮਜਬੂਰੀ ਕਰਕੇ ਇਹਦੇ ਕਰਕੇ ਨਹੀਂ ਉਹਨਾਂ ਨੇ ਮੰਨ ਲੈਣਾ ਇਸ ਕਰਕੇ ਮੈਂ ਤਾਂ ਕਹਿੰਦਾ ਸਰਦਾਰ ਹਰਮੀਤ ਸਿੰਘ ਕਾਲਕਾ ਜਿਨ੍ਹਾਂ ਨਾਲ ਪਿਆਰ ਪਿਆ ਉਹਨਾਂ ਨੂੰ ਕਮੇਟੀ ਦਾ ਪ੍ਰਧਾਨ ਅਗਲਾ ਵੀ ਬਣਾ ਦਿਓ ਜਨਰਲ ਸਕੱਤਰ ਵੀ ਨਾਲ ਹੀ ਬਣਾ ਦਿਓ ਜੋ ਮਰਜ਼ੀ ਅਨਾਉਂਸ ਕਰ ਦਿਓ ਕਿਉਂਕਿ ਤੁਹਾਡੇ ਅਨਾਉਂਸਮੈਂਟ ਨਾਲ ਅਗਰ ਬਣਦਾ ਹੋਵੇ ਤਾਂ ਫਿਰ ਤੇ ਮੈਂਬਰਾਂ ਦੀ ਔਰ ਦਿੱਲੀ ਕਮੇਟੀ ਦੇ ਉਹਦੇ ਪਬਲਿਕ ਦੀ ਲੋੜ ਹੀ ਨਾ ਪਵੇ ਨਹੀਂ ਉਹਨਾਂ ਦੀ ਵਾਈਫ ਖੁਦ ਦੀ ਕਾਉਂਸਲਰ ਆ ਉਹਨਾਂ ਦੀ ਵਾਈਫ ਖੁਦ ਦੀ ਕਾਉਂਸਲਰ ਆ ਜਿਹੜੇ ਬੈਠੇ ਪਰਮਜੀਤ ਸਿੰਘ ਰਾਣਾ ਉਹ ਵੀ ਕਾਉਂਸਲਰ ਨੇ ਉਹ ਕਹਿ ਦੇਣ ਬੀਜੇਪੀ ਚੋਂ ਨਹੀਂ ਹੈਗੇ ਜਿਹੜੇ ਲੋਕ ਪੱਪੂ ਜੀ ਬੈਠਾ ਉਹ ਵੀ ਕਾਉਂਸਲਰ ਨੇ ਕਹਿ ਦੇਣ ਨਹੀਂ ਹੈਗੇ ਜੇ ਅਸੀਂ ਅਕਾਲੀ ਦਲ ਦੇ ਨਾਲ ਆ ਤੇ ਅਸੀਂ ਬੜੇ ਚੰਗੇ ਆ ਜੇ ਬੀਜੇਪੀ ਟਿਕਟਾਂ ਤੇ ਲੜਦੇ ਆ ਫਿਰ ਕੋਈ ਗੱਲ ਨਹੀਂ ਤੇ ਜੇ ਅਸੀਂ
ਅੱਜ ਅਕਾਲੀ ਦਲ ਦੇ ਨਾਲ ਨਹੀਂ ਤੇ ਪੰਥ ਨੂੰ ਖਤਰਾ ਹੋ ਗਿਆ। ਪੰਥ ਨੂੰ ਖਤਰਾ ਵੀ ਬੜੀ ਛੇਤੀ ਪੈ ਜਾਂਦਾ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਗਜ਼ੈਕਟਿਵ ਦੇ ਬੋਰਡ ਦੀ ਇੱਕ ਮੀਟਿੰਗ ਬੁਲਾਉਣ ਦੀ ਪਰਸੋਂ ਚਿੱਠੀ ਕੱਢੀ ਗਈ ਔਰ ਉਸ ਦੀ ਅੱਜ ਮੀਟਿੰਗ ਵਾਸਤੇ ਅਸੀਂ ਇੱਥੇ ਇਕੱਠੇ ਹੋਏ। ਜਦੋਂ ਇੱਥੇ ਮੀਟਿੰਗ ਕਰਨ ਲੱਗੇ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਇੱਥੋਂ ਉੱਠ ਕੇ ਚਲੇ ਗਏ। ਉਹਨਾਂ ਇਸ ਮੀਟਿੰਗ 'ਚ ਪਾਰਟਿਸਿਪੇਟ ਕਰਨ ਨੂੰ ਮਨਾ ਕਰ ਦਿੱਤਾ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਡਾਇਰੈਕਟਰ ਗੁਰਦੁਆਰਾ ਇਲੈਕਸ਼ਨਸ ਵੱਲੋਂ ਇੱਕ ਕਲੈਰੀਫਿਕੇਸ਼ਨ ਆਈ ਆ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹੁੰਦਾ। ਅਸੀਂ ਉਹਨੂੰ ਦੱਸਿਆ ਕਿ ਉਹਦਾ ਕਲੈਰੀਫਿਕੇਸ਼ਨ ਜਿਹੜਾ ਕਿਹਾ ਹੈ, ਸਿੰਸ ਦੀ ਰੈਜ਼ਿਗਨੇਸ਼ਨ ਸਟੈਂਡਸ ਵਿਡਰਾਨ ਦੇਰ ਇਜ਼ ਨੋ ਕੁਐਸਚਨ ਆਫ ਇਟ ਬੀਇੰਗ ਐਕਸੈਪਟਡ ਐਟ ਦਿਸ ਸਟੇਜ। ਕਿਉਂਕਿ ਰੈਜ਼ਿਗਨੇਸ਼ਨ ਜਿਹੜਾ ਹੈ ਉਹ ਜਨਰਲ ਹਾਊਸ ਹੀ ਐਕਸੈਪਟ ਕਰ ਸਕਦਾ ਹੈ, ਇਸ ਕਰਕੇ ਇਹ ਵਿਡਰਾ ਕੀਤਾ ਗਿਆ ਹੈ ਔਰ ਇਹ ਐਕਸੈਪਟਡ ਇਸ ਸਟੇਜ ਤੇ ਨਹੀਂ ਹੋ ਸਕਦਾ ਜਨਰਲ ਹਾਊਸ ਵੱਲੋਂ ਵੀ। ਐਗਜ਼ੈਕਟਿਵ ਦੀ ਤਾਂ ਗੱਲ ਛੱਡੋ। ਦੂਜੀ ਗੱਲ 'ਚ ਲਿਖਿਆ ਗਿਆ ਇਟ ਇਜ਼ ਦ ਕਮੇਟੀ ਮਤਲਬ ਜਨਰਲ ਹਾਊਸ which has a power to remove an office bearer as laid in the section 13(2) and 13(3). Logically, once the incumbent office bearer is removed, ਜਿਹੜਾ incumbent ਜਿਹੜਾ outgoing ਉਹਨੂੰ remove ਕੀਤਾ ਜਾਵੇ, the process of electing, nominating as a new office bearer should start। ਜਦੋਂ ਤੱਕ ਜਿਹੜਾ ਬੈਠਾ ਜਦੋਂ ਤੱਕ ਉਹਨੂੰ ਰਿਮੂਵ ਨਾ ਕੀਤਾ ਜਾਵੇ ਜਾਂ ਉਹਨੂੰ ਕਰ ਦਿੱਤਾ ਜਾਵੇ ਉਦੋਂ ਬਾਅਦ ਹੀ ਅਗਲਾ ਪ੍ਰੋਸੈਸ ਸਟਾਰਟ ਹੋ ਸਕਦਾ ਹੈ, ਕਿਉਂਕਿ ਮੈਨੂੰ ਰਿਮੂਵ ਨਹੀਂ ਕੀਤਾ ਗਿਆ ਜਨਰਲ ਹਾਊਸ ਵੱਲੋਂ। ਦੂਜੀ ਗੱਲ ਲਾਸਟ ਕਿਹਾ ਉਹਨਾਂ ਕਿਹਾ ਜਿਹੜੀ ਟਰਮ ਐਗਜ਼ੈਕਟਿਵ ਬੋਰਡ ਦੀ ਇਹ 29/9 ਨੂੰ ਖਤਮ ਹੋ ਚੁੱਕੀ ਆ। ਫਰਦਰ ਵਾਸਤੇ ਟੂ ਦੀ ਫਰਦਰ ਐਕਸਟੈਂਸ਼ਨ ਇਜ਼ ਆਲਰੇਡੀ ਅੰਡਰ ਸਬਮਿਸ਼ਨ ਟੂ ਦੀ ਆਨਰੇਬਲ ਐਲਜੀ। ਇਨ ਦੀ ਐਬਸੈਂਸ ਆਫ ਦੀ ਰਿਕੁਆਇਰਡ ਐਕਸਟੈਂਸ਼ਨ, ਜਦੋਂ ਤੱਕ ਐਕਸਟੈਂਸ਼ਨ ਨਹੀਂ ਮਿਲਦੀ, the validity of the action of executive board at this stage may be liable to be called in question। ਅਗਰ ਤੁਸੀਂ ਹੋਰ ਵੀ ਇਹਨਾਂ ਫੈਸਲਿਆਂ ਤੋਂ ਇਲਾਵਾ ਪ੍ਰਧਾਨ ਨੂੰ ਹਟਾਉਣਾ, ਪ੍ਰਧਾਨ ਦੀ ਪਾਵਰ ਨੂੰ ਦੇਣ ਦੇ ਇਲਾਵਾ ਵੀ ਕੋਈ ਫੈਸਲਾ ਲੈਂਦੇ ਜੇ, ਉਹ ਵੀ ਸਵਾਲਾਂ ਦੇ ਘੇਰੇ 'ਚ ਆ। ਅਸੀਂ ਉਹ 'ਚ ਫਿਰ ਦੁਬਾਰਾ ਉਹਨਾਂ ਨੂੰ ਪੁੱਛਿਆ ਵੀ ਇਹ ਕਲੈਰਿਟੀ ਦੇ ਦਿਓ ਕਿ ਜਿਹੜਾ ਪਾਵਰ ਕਿਸੇ ਨੂੰ ਡੈਲੀਗੇਟ ਕੀਤੀ ਜਾ ਸਕਦੀ ਆ, ਇਹਦੇ ਅੰਦਰ ਵੀ ਕੋਰਟ ਦਾ ਆਰਡਰ ਆ ਕਿ ਕਿਸੇ ਨੂੰ ਪਾਵਰ ਡੈਲੀਗੇਟ ਨਹੀਂ ਕੀਤੀ ਜਾ ਸਕਦੀ, ਪਰ ਉਹਨਾਂ ਨੇ ਫਰਦਰ ਕਲੈਰੀਫਿਕੇਸ਼ਨ ਹੁਣੇ ਭੇਜੀ ਆ। ਉਹਨੇ ਕਿਹਾ ਵਿਦ ਰੈਫਰੈਂਸ ਟੂ ਯੂਰ ਮੇਲ ਡੇਟਡ ਸੋ ਐਂਡ ਸੋ ਟੂ ਪ੍ਰੋਵਾਈਡ ਦੀ ਫਰਦਰ ਕਲੈਰੀਫਿਕੇਸ਼ਨ ਔਨ ਦੀ ਪੁਆਇੰਟ ਨੰਬਰ 2 ਇਨ ਦਿਸ ਰਿਗਾਰਡ। ਇਸ ਰਿਗਾਰਡ 'ਚ ਅਸੀਂ ਰੀਟਰੇਟ ਕਰਦੇ ਦੁਬਾਰਾ ਕਹਿਣਾ ਚਾਹੁੰਦੇ ਹਾਂ, ਐਜ਼ ਪਰ ਦੀ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਸੈਕਸ਼ਨ 17(2) ਐਨ ਆਫਿਸ ਬੀਅਰਰ ਔਰ ਐਨੀ ਅਦਰ ਮੈਂਬਰ, ਆਫਿਸ ਬੀਅਰਰ ਵੀ ਜਾਂ ਹੋਰ ਵੀ ਕਿਸੇ ਮੈਂਬਰ ਦੀ ਪਾਵਰ ਔਰ ਅਦਰ ਮੈਂਬਰ ਐਗਜ਼ੈਕਟਿਵ ਬੋਰਡ ਦੀ ਪਾਵਰ ਮੇ ਬੀ ਰਿਮੂਵਡ ਬਾਏ ਦੀ ਰੈਜ਼ੋਲੂਸ਼ਨ ਆਫ ਕਮੇਟੀ। ਜਿਹੜੀ ਕਮੇਟੀ ਆ, ਜਿਹੜਾ ਜਨਰਲ ਹਾਊਸ ਆ, ਉਹਦੇ ਰੈਜ਼ੋਲੂਸ਼ਨ ਨਾਲ ਹੀ ਕੀਤੀ ਜਾ ਸਕਦੀ ਆ, ਐਂਡ ਉਹ ਵੀ ਉਦੋਂ ਜਦੋਂ ਪਾਸਡ ਬਾਏ 3/4 ਮੈਜੋਰਟੀ ਆਫ ਦੀ ਟੋਟਲ ਨੰਬਰ, 3/4 ਟੋਟਲ ਨੰਬਰ ਮੈਂਬਰ ਹੋਣ ਤਾਂ ਉਸ ਦੀ ਅਥਾਰਟੀ ਨੂੰ ਛੇੜਿਆ ਜਾ ਸਕਦਾ ਹੈ। ਮੈਨੂੰ ਬੜੀ ਖੁਸ਼ੀ ਆ ਕਿ ਨਵੇਂ ਜਿਹੜੇ ਦੋਸਤ ਬਣੇ ਨੇ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦੇ, ਜਿਨ੍ਹਾਂ ਨੂੰ ਰੋਜ਼ ਗਾਲਾਂ ਕੱਢਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਵਾਈਸ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰ ਦਿੱਤਾ ਹੈ, ਅੱਜ ਨੂੰ ਕਹਿ ਰਹੇ ਨਹੀਂ ਇਹਨੇ ਰਿਜ਼ਾਈਨ ਨਹੀਂ ਕੀਤਾ, ਸਾਡੇ ਨਾਲ ਰੱਖੋ ਬਾਈ। ਜਿਨ੍ਹਾਂ ਨੂੰ ਕੱਲ ਤੱਕ ਪਾਰਟੀਆਂ ਦੇ ਨੁਮਾਇੰਦੇ ਦੱਸਦੇ ਸੀ, ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਉਹਨਾਂ ਪਾਰਟੀਆਂ ਦੀ ਗੱਲ ਹੋਵੇ ਤਾਂ ਠੀਕ ਆ, ਅੱਜ ਉਹਨਾਂ ਨੂੰ ਜੱਫੀਆਂ ਪਾਉਣ ਲੱਗ ਪਏ, ਪਾਓ ਜੀ। ਪਰ ਮੈਂ ਸਾਰਿਆਂ ਨੂੰ ਇਹ ਸਫਾਈ ਔਰ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ, ਡਾਇਰੈਕਟਰ ਗੁਰਦੁਆਰਾ ਨੇ ਵੀ ਬੜਾ ਕਲੈਰੀਫਾਈ ਕੀਤਾ ਹੈ, ਨਾ ਮੈਂ ਕੋਈ ਅਗਲੀ ਇਲੈਕਸ਼ਨ ਲੜਨੀ ਆ, ਨਾ ਮੇਰੀ ਦੁਬਾਰਾ ਕੋਈ ਪ੍ਰਧਾਨ ਬਣਨ ਦੀ ਇੱਛਾ, ਨਾ ਮੈਂ ਮੈਂਬਰ ਬਣਨ ਦੀ ਇੱਛਾ, ਕਿਉਂਕਿ ਮੈਂ ਖੁਦ ਹੀ ਇਹ ਰਿਟਨ 'ਚ ਲਿਖ ਕੇ ਦੇ ਦਿੱਤਾ ਕਿ ਮੈਂ ਮੈਂਬਰ ਵੀ ਆਪਣਾ ਵਿਡਰਾ ਕਰ ਲਿਆ, ਨਹੀਂ ਬਣਨਾ। ਪਰ ਜਿਹੜੀ 20 ਤਰੀਕ ਤੱਕ ਦੀ ਜਨਵਰੀ ਤੱਕ ਦੀ ਟਰਮ ਆ, ਐਸ ਪਰ ਦੀ ਗੁਰਦੁਆਰਾ ਐਕਟ ਔਰ ਐਸ ਪਰ ਦੀ ਡਾਇਰੈਕਟਰ ਨੇ ਜੋ ਫਰਦਰ ਕਲੈਰੀਫਿਕੇਸ਼ਨ ਉਸ ਨੂੰ ਪੁੱਛਿਆ ਸੀਗਾ, ਭਾਈ ਅਸੀਂ ਰਿਜ਼ਾਈਨ ਕਰ ਸਕਦੇ ਹਾਂ। ਸਰਦਾਰ ਜਗਦੀਪ ਸਿੰਘ ਕਾਲੂ ਸਾਹਿਬ ਨੇ ਪੁੱਛਿਆ ਵੀ ਇਹਦੇ 'ਚ ਕੀ ਕਰ ਸਕਦੇ ਅਸੀਂ, ਉਹਨਾਂ ਨੇ ਅੱਜ ਕਲੈਰੀਫਾਈ ਕੀਤਾ ਕਿ ਇਹਦੇ ਅੰਦਰ ਅਜੇ ਕੁਝ ਨਹੀਂ ਕੀਤਾ ਜਾ ਸਕਦਾ। ਬੜਾ ਕਲੀਅਰ ਆ, ਕਿਉਂਕਿ ਜਨਰਲ ਹਾਊਸ ਦੀ ਐਬਸੈਂਸ ਅੰਦਰ ਜਨਰਲ ਹਾਊਸ ਹੀ 2/3 ਲੋਕ ਹੀ ਪ੍ਰਧਾਨ ਨੂੰ ਰਿਸੀਵ ਐਕਸੈਪਟ ਕਰ ਸਕਦੇ ਨੇ, ਔਰ ਉਹਦੀ ਪਾਵਰ ਤਾਂ ਹੀ ਡੈਲੀਗੇਟ ਹੋਊਗੀ ਜੋ ਬੰਦਾ ਉੱਥੇ ਮੌਜੂਦ ਨਹੀਂ ਹੋਊਗਾ। ਸੋ ਮੈਂ ਸਮਝਦਾ ਹਾਂ ਕਿ ਅੱਜ ਜਿਹੜਾ ਇਹ ਕੇਵਲ ਔਰ ਕੇਵਲ ਮਾਹੌਲ ਬਣਾਉਣ ਵਾਸਤੇ, ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਕਿ ਦਿੱਲੀ ਕਮੇਟੀ ਉਹਨਾਂ ਦੁਬਾਰਾ ਕਮੇਟੀ ਉਹਨਾਂ ਦੀ ਬਣਨੀ ਨਹੀਂ, ਉਹ ਹਾਸ਼ੀਏ 'ਤੇ ਆਏ, ਹਤਾਸ਼ ਹੋ ਕੇ ਸਾਰੇ ਮਿਲ ਕੇ ਅੱਜ ਇਹ ਕੋਸ਼ਿਸ਼ਾਂ ਕਰਦੇ ਪਏ ਨੇ। ਮੈਂ ਪਰ ਉਹਨਾਂ ਨੂੰ ਵਧਾਈ ਦਿੰਦਾ, ਕੋਸ਼ਿਸ਼ ਵਧਾਈ ਹਰੇਕ ਨੂੰ ਆਪਣਾ ਕਰਨਾ ਚਾਹੀਦਾ। ਪਰ ਦਿੱਲੀ ਦੇ ਸਿੱਖਾਂ ਦੀ ਜਿਹੜੀ ਕਮੇਟੀ ਆ, ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਦਿੱਲੀ ਦੇ ਸਿੱਖਾਂ ਦੀ ਕਮੇਟੀ ਬਣੀ, ਇਹਦੇ ਵਾਸਤੇ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਕੋਸ਼ਿਸ਼ ਕੀਤੀ ਆ। ਸੋ ਮੈਂ ਦੁਬਾਰਾ ਤੋਂ ਕਲੈਰੀਫਾਈ ਕਰਦਾ, ਕਿਉਂਕਿ ਕੱਲ੍ਹ ਵੀ ਮੀਡੀਆ 'ਚ ਗੱਲਾਂ ਕਹੀਆਂ ਗਈਆਂ ਕਿ 1 ਤਰੀਕ ਤੋਂ ਲੈ ਕੇ ਹੁਣ ਤੱਕ ਵੀ ਮੈਂ ਹੀ ਪ੍ਰਧਾਨ ਹਾਂ। ਜਦੋਂ ਮੈਂ ਰਿਜ਼ਾਈਨ ਕਰਤਾ, ਮੇਰਾ ਰਿਜ਼ਾਈਨ ਐਕਸੈਪਟ ਨਹੀਂ ਹੋ ਸਕਦਾ ਸੀ, ਕਿਉਂਕਿ ਜਨਰਲ ਹਾਊਸ ਨਹੀਂ ਸੀ।
ਇਹਨਾਂ ਸਾਰੀਆਂ ਟੈਕਨੀਕਲ ਪ੍ਰੋਬਲਮਸ ਨੂੰ ਖਤਮ ਕਰਨ ਵਾਸਤੇ, ਬੈਂਕਾਂ ਨੂੰ ਜਾਣਕਾਰੀ ਦੇਣ ਵਾਸਤੇ, ਸਰਕਾਰਾਂ ਨੂੰ ਜਾਣਕਾਰੀ ਦੇਣ ਵਾਸਤੇ ਮੈਂ ਆਪਣਾ ਰੈਜ਼ਿਗਨੇਸ਼ਨ ਵਿਡਰਾਲ ਤਾਂ ਲਿਖ ਕੇ ਭੇਜਿਆ ਸੀ ਕਿ ਟੈਕਨੀਕਲੀ ਮੈਂ ਹੀ ਹੁਣ ਤੋਂ ਹੀ ਪ੍ਰਧਾਨ ਹਾਂ, ਇਸ ਕਰਕੇ ਮੈਂ ਕਲੈਰੀਫਿਕੇਸ਼ਨ ਦੇ ਰਿਹਾ। ਔਰ ਅੱਜ ਡਾਇਰੈਕਟਰ ਨੂੰ ਅਸੀਂ ਪੁੱਛਿਆ ਸੀ ਕਿ ਕਿਆ ਰਿਜ਼ਾਈਨ ਐਕਸੈਪਟ ਹੋ ਸਕਦਾ, ਉਹਨੇ ਮਨਾ ਕਰ ਦਿੱਤਾ। ਨਾ ਰਿਜ਼ਾਈਨ ਐਕਸੈਪਟ ਹੋ ਸਕਦਾ ਹੈ ਔਰ ਨਾ ਹੀ ਪਾਵਰ ਡੈਲੀਗੇਟ ਕੀਤੀ ਜਾ ਸਕਦੀ ਹੈ। ਸੋ 5 ਤਰੀਕ ਨੂੰ ਮੈਂਬਰ ਐਗਜ਼ੈਕਟਿਵ ਦੀ ਮੈਂਬਰ ਦੀ ਮੀਟਿੰਗ ਆ, ਸੌਰੀ ਨੋਮੀਨੇਸ਼ਨ ਦੀ ਇੱਕ, ਔਰ ਉਸ ਤੋਂ ਬਾਅਦ ਕੋਆਪਸ਼ਨ ਤੋਂ ਬਾਅਦ ਅਗਲੇ 15 ਦਿਨਾਂ ਬਾਅਦ 20 ਤਰੀਕ ਨੂੰ ਇਹ ਹਾਊਸ ਬਣੂਗਾ। ਸੋ ਉਦੋਂ ਤੱਕ ਲਈ ਜਿਹੜਾ ਕਾਰੋਬਾਰ ਮੈਂ ਸੰਭਾਲਦਾ ਪਿਆ ਇਸੇ ਤਰੀਕੇ ਸੰਭਾਲੂੰਗਾ। ਹੋਰ ਕੋਈ ਤੁਹਾਡਾ? ਨਹੀਂ, ਮੈਂ ਹੀ ਸੰਭਾਲ ਰਿਹਾ, ਤੁਹਾਨੂੰ ਗਲਤ ਕਹਿਤਾ ਕਿਸੇ ਨੇ। ਨਹੀਂ ਇਹ ਸਾਰੇ ਸਾਈਨ ਨਹੀਂ, ਇੱਕ ਮਿੰਟ ਠਹਿਰੋ, ਮੈਂ ਤੁਹਾਨੂੰ ਇਹ ਕਲੈਰੀਫਾਈ, ਜਗਤਾਰ ਜੀ ਕਹਿ ਰਿਹਾ ਹਾਂ ਤੁਸੀਂ ਲੇਟ ਆਏ ਜੀ। ਜਗਤਾਰ ਜੀ 1 ਤਰੀਕ ਤੋਂ ਲੈ ਕੇ 31 ਤੱਕ ਮੈਂ ਹੀ ਸੰਭਾਲਦਾ ਆ ਰਿਹਾ ਮੈਂ ਉਹੀ ਗੱਲ ਅੱਗੇ ਕਰਦਾ ਪਿਆ। ਫਿਰ ਵੀ ਮੈਂ ਪੁੱਛਿਆ, ਕਿਉਂਕਿ ਮੇਰੀ ਇੱਛਾ ਨਹੀਂ ਸੀਗੀ, ਮੈਂ ਪੁੱਛਿਆ ਡਾਇਰੈਕਟਰ ਤੋਂ ਕਿ ਕਿਆ ਮੇਰਾ ਰਿਜ਼ਾਈਨ ਨੂੰ ਐਕਸੈਪਟ ਕੀਤਾ ਜਾ ਸਕਦਾ, ਕਿਆ ਕੋਈ ਉਹਨਾਂ ਨੇ ਦੱਸਿਆ ਕਿ ਇਨ ਐਬਸੈਂਸ ਜਨਰਲ ਹਾਊਸ ਜਿਹੜਾ ਇਹ 2/3 ਮੈਜੋਰਟੀ ਹੀ ਐਕਸੈਪਟ ਕਰ ਸਕਦੀ ਆ, ਇਹਦੇ ਇਲਾਵਾ ਐਕਸੈਪਟ ਨਹੀਂ ਹੋ ਸਕਦਾ। ਮੈਂ ਮੀਟਿੰਗ ਦੀ ਪੁੱਛਿਆ, ਕਿਉਂਕਿ ਮੈਂ ਵੀ ਕਾਲ ਕੀਤੀ ਸੀਗੀ, ਮੈਂ ਉਹਦੇ 'ਤੇ ਵੀ ਕਲੈਰੀਫਿਕੇਸ਼ਨ ਮੰਗੀ। ਉਹਨਾਂ ਨੇ ਕਿਹਾ ਕਿਉਂਕਿ ਇਨ ਦੀ ਐਬਸੈਂਸ, ਕਿਉਂਕਿ ਕਮੇਟੀ ਦੀ ਐਕਸਟੈਂਸ਼ਨ ਜਿਹੜੀ ਅਜੇ ਤੱਕ ਹੋਈ ਨਹੀਂ ਹੈਗੀ, ਇੱਕ ਕੁਐਸਚਨ ਉਹਦੇ ਘੇਰੇ 'ਚ ਹੋਊਗੀ ਜੇ ਤੁਸੀਂ ਹੋਰ ਵੀ ਕੋਈ ਫੈਸਲਾ ਕਰਦੇ ਦੇ ਇਲਾਵਾ ਵੀ। ਨਹੀਂ, ਮੈਂ ਤੇ ਇਸ ਕਰਕੇ ਕੱਢੀ ਸੀ ਕਿਉਂਕਿ ਉਹਨਾਂ ਨੇ ਮੀਟਿੰਗ ਬੁਲਾਈ ਸੀ। ਮੈਂ ਕਿਹਾ ਠੀਕ ਹੈ, ਟੀਚਰਾਂ ਤਨਖਾਹ ਵਗੈਰਾ ਮਿਲ ਜਾਣ ਤਾਂ ਅੱਛੀ ਗੱਲ ਹੈ, ਮੈਂ ਤਾਂ ਉਹਨਾਂ ਦੀ ਸਪੋਰਟ 'ਚ ਹੀ ਹਾਂ, ਮੈਂ ਤਾਂ ਕੋਈ ਮਨਾ ਹੀ ਨਹੀਂ ਕਰ ਰਿਹਾ। ਨਹੀਂ, ਮੈਂ ਤਾਂ ਇਹ ਅਮੈਂਡ ਕੀਤਾ ਸੀ ਕਿਉਂਕਿ ਮੈਂ ਉਹਨਾਂ ਨੇ ਕਿਹਾ ਸੀ ਕਿ ਰਿਜ਼ਾਈਨ ਨੂੰ ਡਿਸਕਸ ਕਰਨ ਵਾਸਤੇ ਉਹਨਾਂ ਨੇ ਇਹ ਲਿਖਿਆ ਸੀ। ਹਾਂ, ਪਰ ਮੈਂ ਡਾਇਰੈਕਟਰ ਤੋਂ ਕਲੈਰੀਫਿਕੇਸ਼ਨ ਲਈ ਸੀ, ਉਹ 'ਚ ਕਲੀਅਰ ਆਇਆ ਕਿ ਤੁਸੀਂ ਰਿਜ਼ਾਈਨ ਨਹੀਂ ਦੇ ਸਕਦੇ, ਨਾ ਹੀ ਐਕਸੈਪਟ ਹੋ ਸਕਦਾ। ਨਹੀਂ, ਉਹ ਕਰ ਦੇਣ ਮੇਰੀ ਮੀਟਿੰਗ ਰੱਦ, ਮੈਂ ਉਹਨੂੰ ਕੀ ਕਰ ਸਕਦਾ। ਮੇਰੇ ਇੱਕ ਮਿੰਟ ਗੱਲ ਸੁਣੋ, ਜੋ ਵੀ ਹੋਣਾ ਹੈ ਐਕਟ ਦੇ ਮੁਤਾਬਕ ਹੋਣਾ ਹੈ, ਕਾਨੂੰਨ ਦੇ ਮੁਤਾਬਕ ਹੋਣਾ ਹੈ। ਰੱਦ ਕਰ ਦੇਣ, ਨਾ ਰੱਦ ਕਰ ਦੇਣ, ਮੈਂ ਕੀ ਕਰ ਸਕਦਾ, ਜਿੰਨੀਆਂ ਮਰਜ਼ੀ ਰੱਦ ਕਰਨ। ਗੱਲ ਹੈ ਇਹ ਡਾਇਰੈਕਟਰ ਗੁਰਦੁਆਰਾ ਇਲੈਕਸ਼ਨਸ ਜਿਹੜਾ ਹੈ ਇਹ ਸਾਡੇ ਐਕਟ ਨੂੰ ਦੇ ਮੁਤਾਬਕ ਇੱਥੇ ਸਭ ਕੁਝ ਹੋਣਾ ਹੈ। ਮੈਂ ਤੇ ਹੁਣ ਵੀ ਉਹਨਾਂ ਨੂੰ ਪੁੱਛਿਆ, ਮੈਂ ਤੇ ਉਹਨਾਂ ਨੂੰ ਕਹਿੰਦਾ ਇਹ ਜਨਰਲ ਹਾਊਸ ਵੀ ਬੁਲਾਉਣ, ਮੈਨੂੰ ਤਾਂ ਕੋਈ ਦਿੱਕਤ ਨਹੀਂ। ਨਹੀਂ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਤੁਸੀਂ ਇੱਥੇ ਆਏ ਜੇ, ਇੱਥੇ ਬੈਠੋ, ਕੋਈ ਨਾ ਆਪਾਂ ਬਹਿ ਕੇ ਗੱਲ ਕਰਦੇ, ਇਹ 'ਚ ਕੋਈ ਇਸ਼ੂ ਥੋੜਾ ਹੈਗਾ, ਕੋਈ ਡਿਸਪਿਊਟ ਥੋੜਾ ਹੈਗਾ। ਉਹ ਆਪ ਹੀ ਉੱਠ ਕੇ ਆਪਣੇ ਕਮਰੇ 'ਚ ਉੱਧਰ ਭੱਜ ਕੇ, ਮੈਂ ਤਾਂ ਇੱਥੇ ਬੈਠਾ ਰਿਹਾ। ਅਸੀਂ ਤਾਂ ਇੱਥੇ ਬੈਠੇ ਬਈ ਆ ਤਾਂ ਅਸੀਂ ਕਿਤੇ ਗਏ ਹੋਈਏ, ਅਸੀਂ ਸਾਰੇ 10 ਮਹੀਨੇ ਦਾ ਤੁਸੀਂ ਕਰ ਰਹੇ ਸੀਗੇ, ਹਾਂਜੀ। ਇਹੋ ਜਿਹਾ ਕੀ ਕਾਰਨ ਰਿਹਾ ਕਿ ਇਹ 10 ਦਿਨ ਵਾਸਤੇ ਇਹ ਸਾਰਾ ਪਤਾ ਨਹੀਂ ਕਿਉਂ ਉਹਨਾਂ ਨੇ ਕੀਤਾ। ਇਹੀ ਮੈਂ ਸਵਾਲ ਪੁੱਛਣਾ ਚਾਹੁੰਦਾ ਉਹਨਾਂ ਨੂੰ ਹਾਂ ਪੁੱਛੋ। ਵੀ ਜਦੋਂ ਇੱਕ ਗੱਲ ਸੁਣੋ, ਜਾਂ ਤਾਂ ਤੁਹਾਡੀ ਮਨਸ਼ਾ ਹੈ ਵੀ ਇਲੈਕਸ਼ਨ ਨਾ ਹੋਵੇ ਜਨਰਲ ਆਪਣੇ ਇੰਟਰਨਲ, ਤੁਸੀਂ ਉਹਨੂੰ ਕੰਪਲਿਕੇਟ ਕਰਕੇ ਖਰਾਬ ਕਰਨਾ ਚਾਹੁੰਦੇ ਜੇ, ਕੋਟਾ ਕਚਹਿਰੀ 'ਚ ਲਿਜਾਣਾ ਚਾਹੁੰਦੇ ਜੇ। ਬਈ 5 ਤਰੀਕ ਦੀ ਕੋਆਪਸ਼ਨ ਦੀ ਮੀਟਿੰਗ ਦੀ ਨੋਟਿਸ ਹੋ ਚੁੱਕਿਆ, 5 ਤਰੀਕ ਤੋਂ ਬਾਅਦ ਵਿਦਿਨ 15 ਡੇਜ਼ ਇਲੈਕਸ਼ਨ ਹੋਣੀ ਹੈ, ਮੈਂਡੇਟਰੀ ਆ। ਫਿਰ ਇਸ਼ੂ ਕੀ ਆ? ਇਹਦਾ ਮਤਲਬ ਉਹਨਾਂ ਦੇ ਮਨ 'ਚ ਕੋਈ ਹੋਰ ਭਾਵਨਾ ਹੈ, ਕਿਉਂਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਨਵਾਂ ਪਿਆਰ ਪਿਆ ਹੈ। ਉਹਨੂੰ ਲੱਗਦਾ ਹੋਊਗਾ ਕਿ ਅਸੀਂ ਇੰਟਰਨਲ ਇਲੈਕਸ਼ਨ ਨੂੰ ਡਿਲੇ ਕਰ ਸਕਦੇ, ਨਾ ਹੀ ਕਰਾਈਏ। ਨਹੀਂ, ਉਹ ਦੇ ਜਾਣ, ਮੇਰੀ ਗੱਲ ਸੁਣੋ। ਨਹੀਂ, ਇਹ ਚਾਰਜ ਦੇਖੋ ਜੋ ਵੀ ਦੇਣਾ ਐਕਟ ਨੇ ਦੇਣਾ। ਉਹ ਇਲੀਗਲ ਹੈ। ਆਹ ਲੈ ਪੜ੍ਹ ਦੇਣਾ ਤੁਹਾਨੂੰ ਮੈਂ, ਤੁਸੀਂ ਪੜ੍ਹ। ਨਹੀਂ, ਉਹਨਾਂ ਨੇ ਕਿਹਾ ਕਿ ਨਹੀਂ, ਉਹਨਾਂ ਕਿਹਾ ਹੈ ਕਿ ਅਸੀਂ ਉਹਨਾਂ ਨੇ ਪੁੱਛਿਆ, ਸਵਾਲ ਇਹ ਸੀਗਾ ਸਾਡਾ, ਪਹਿਲਾ ਸਵਾਲ ਇਹ ਸੀ ਵੀ ਕਿਆ ਅਸੀਂ ਇਹਨੂੰ ਜਿਹੜਾ ਰਿਜ਼ਾਈਨ ਦਿੱਤਾ ਹੈ, ਇਹ ਰਿਜ਼ਾਈਨ ਕੌਣ ਐਕਸੈਪਟ ਕਰ ਸਕਦਾ, ਇੱਕ ਗੱਲ। ਦੂਜੀ ਗੱਲ, ਕਿਉਂਕਿ ਰਿਜ਼ਾਈਨ ਵਿਡਰਾਅ ਕਰ ਲਿਆ, ਹੁਣ ਇਹਦਾ ਕੀ ਸਟੇਟਸ ਰਹੂਗਾ ਤੁਹਾਨੂੰ ਪੜ੍ਹ ਦਿੰਦੇ ਹਾਂ। ਤੇ ਵੈਦਰ ਦਾ ਐਗਜ਼ੈਕਟਿਵ ਬੋਰਡ DNC ਹੈਜ਼ ਪਾਵਰ ਟੂ ਐਕਸੈਪਟ ਦੀ ਰੈਜ਼ਿਗਨੇਸ਼ਨ। ਦੂਜੀ ਗੱਲ, ਪ੍ਰੈਜ਼ੀਡੈਂਟ ਦਾ ਵਿਚ ਹੈਜ਼ ਆਲਰੇਡੀ ਬੀਨ ਵਿਡਰਾਨ। ਸੈਕੰਡਲੀ, ਵੈਦਰ ਦਾ ਐਗਜ਼ੈਕਟਿਵ ਬੋਰਡ ਹੈਜ਼ ਅ ਪਾਵਰ ਟੂ ਟ੍ਰਾਂਸਫਰ ਦੀ ਪਾਵਰ ਆਫ ਦੀ ਪ੍ਰੈਜ਼ੀਡੈਂਟ। ਐਂਡ ਥਰਡ, ਐਜ਼ ਪਰ ਦੀ ਲੈਟਰ ਜਿਹੜੀ ਸਾਨੂੰ ਲਾਸਟ ਰਿਸੀਵ ਹੋਈ ਹੈ 29/9 ਨੂੰ, ਉਹਦੇ ਤਾਂ ਐਕਸਟੈਂਸ਼ਨ ਐਗਜ਼ੈਕਟਿਵ ਬੋਰਡ ਦੀ ਅੱਗੇ ਹੋਈ ਆ, ਉਹਦਾ ਜਵਾਬ ਉਹਨਾਂ ਦੇ ਆਇਆ। ਪਹਿਲੇ 'ਚ ਉਹਨਾਂ ਦਾ ਜਵਾਬ ਆ, ਸਿੰਸ ਦਾ ਰੈਜ਼ਿਗਨੇਸ਼ਨ ਆਲਰੇਡੀ ਸਟੈਂਡਸ ਵਿਡਰਾਨ ਦੇयर इज नो ਕੁਐਸਚਨ ਆਫ ਇਟ ਬੀਇੰਗ ਐਕਸੈਪਟਡ ਐਟ ਦਿਸ ਸਟੇਜ। ਇਸ ਸਟੇਜ ਤੇ ਐਕਸੈਪਟ ਹੀ ਨਹੀਂ ਹੋ ਸਕਦਾ। ਦੂਜਾ ਉਹਨਾਂ ਨੇ ਕਿਹਾ ਹੈ ਕਿ ਇਫ ਦਾ ਕਮੇਟੀ ਵਿਚ ਹੈਜ਼ ਅ ਪਾਵਰ ਟੂ, ਇਟ ਇਜ਼ ਦੀ ਕਮੇਟੀ which has a power to remove the office bearer of as laid down in section 17, 2 and 3। ਉਹਨੇ ਕਿਹਾ ਕਿ ਇਹ ਸਿਰਫ ਕਮੇਟੀ ਕੋ ਪਾਵਰ ਹੈ, ਜਨਰਲ ਹਾਊਸ ਕੋਲ, ਐਗਜ਼ੈਕਟਿਵ ਕੋਲ ਨਹੀਂ। ਲੌਜੀਕਲੀ ਉਹਨੇ ਇਹ ਵੀ ਕਹਿ ਦਿੱਤਾ ਕਿ ਜਦੋਂ ਤੱਕ ਜਿਹੜਾ ਇਨਕੰਬੈਂਟ ਜਿਹੜਾ ਬੈਠਾ ਹੋਇਆ, ਜਦੋਂ ਤੇ ਉਹ ਜਾ ਨਹੀਂ ਰਿਹਾ ਬਾਹਰ, ਆਫਿਸ ਬੀਅਰਰ ਇਜ਼ ਰਿਮੂਵਡ, ਦੀ ਪ੍ਰੋਸੈਸ ਆਫ ਇਲੈਕਟਿੰਗ ਨੋਮੀਨੇਟਿੰਗ ਨਿਊ ਆਫਿਸ ਬੀਅਰਰ ਸ਼ੁੱਡ ਸਟਾਰਟ। ਜਦੋਂ ਜਾਏਗਾ ਉਦੋਂ ਬਾਅਦ ਹੀ ਕਿਸੇ ਨੂੰ ਪਾਵਰ ਦਿੱਤੀ ਜਾ ਸਕਦੀ, ਜਦੋਂ ਤੁਸੀਂ ਉਹਨੂੰ ਹਟਾਓਗੇ। ਥਰਡਲੀ, ਉਹਨਾਂ ਕਿਹਾ ਕਿ ਐਕਸਟੈਂਸ਼ਨ ਨਹੀਂ ਹੋਈ ਅਜੇ ਤੱਕ, LG ਕੋ ਫਾਈਲ ਪੈਂਡਿੰਗ ਆ। ਉਹਨੇ ਕਿਹਾ ਐਟ ਦਿਸ ਟਾਈਮ ਐਗਜ਼ੈਕਟਿਵ ਬੋਰਡ ਐਟ ਦਿਸ ਸਟੇਜ ਮੇ ਬੀ ਲਾਇਬਲ ਟੂ ਕਾਲਡ ਇਨ ਕੁਐਸਚਨ। ਜੇ ਕੋਈ ਐਗਜ਼ੈਕਟਿਵ ਬੋਰਡ ਵੀ ਇੱਥੇ ਆਉਂਦਾ ਹੈ, ਉਹ ਵੀ ਸਵਾਲਾਂ ਦੇ ਘੇਰੇ 'ਚ ਆ, ਉਹ ਵੀ ਇਸ ਤਰੀਕੇ ਨਹੀਂ ਹੋ ਸਕਦਾ। ਨਹੀਂ, ਅਸਲ ਕਾਰਨ ਕੁਝ ਨਹੀਂ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨਾਲ ਨਵਾਂ ਪਿਆਰ। ਆਮ ਆਦਮੀ, ਮੇਰੀ ਗੱਲ ਸੁਣੋ, 31 ਦਿਨ ਤੱਕ ਤੇ ਮੈਂ ਚੰਗਾ,
31 ਦਿਨ ਤੱਕ ਮੈਂ ਕੰਟੀਨਿਊ ਪ੍ਰਧਾਨ ਜਾਂ ਤੇ ਮੈਂ ਕੋਈ ਨਵੀਂ, ਜੇ ਮੈਂ ਕੱਲ ਕਲੈਰੀਫਿਕੇਸ਼ਨ ਦੀ ਚਿੱਠੀ ਭੇਜਤੀ ਸਾਰੇ ਸਕੂਲਾਂ ਇੰਸਟੀਟਿਊਸ਼ਨਸ ਨੂੰ, ਤਨਖਾਹ ਟੀਚਰਾਂ ਨੂੰ ਜਾ ਨਹੀਂ ਰਹੀ, ਕਮੇਟੀ ਦੇ ਜੋ ਹਾਲਾਤ ਆ ਤੁਹਾਡੇ ਸਾਹਮਣੇ ਆ, ਹੱਦ ਉਹਨੂੰ ਲੱਗਾ ਕਿ ਅਸੀਂ ਸਾਡਾ ਫੇਲੀਅਰ ਸਾਹਮਣੇ ਆ ਜਾਊਗਾ। ਜੇ ਸਵੇਰੇ ਟੀਚਰਾਂ ਨੂੰ ਤਨਖਾਹਾਂ ਚਲੇ ਗਈਆਂ 1 ਮਹੀਨੇ ਤੱਕ ਤੇ ਦੇ ਨਹੀਂ ਸਕੇ, ਕੱਲ ਚਲੇ ਜਾਣੀਆਂ ਨੇ, ਜਦੋਂ ਸਮਝ ਆ ਗਿਆ ਚਲੇ ਜਾਣੀਆਂ ਨੇ ਤੇ ਇਹ ਚੀਕਾਂ ਨਿਕਲ ਗਈਆਂ। ਨਹੀਂ ਇਸ ਤਰ੍ਹਾਂ ਦੀ ਵੀ ਗੱਲ ਉੱਠੀ ਸੀ ਕਿ ਤੁਸੀਂ ਕਿਸੇ ਆਪਣੇ ਖਾਸ ਬੰਦੇ ਨੂੰ ਆਫਿਸ ਪੀਰੀਅਡ ਤੇ ਲੈਣਾ। ਨਹੀਂ ਮੇਰੀ ਗੱਲ ਸੁਣੋ, ਮੇਰਾ ਖਾਸ ਕੀ, ਮੇਰੇ ਸਾਰੇ ਹੀ ਖਾਸ ਨੇ। ਪਹਿਲੀ ਇੱਕ ਗੱਲ ਸਮਝ ਲਓ ਜਗਤਾਰ ਜੀ, ਇਹ ਦਿੱਲੀ ਦੀ ਸੰਗਤ ਦੀ ਚੁਣੀ ਕਮੇਟੀ ਹੈ, ਦਿੱਲੀ ਦੀ ਸੰਗਤ ਨੇ ਤੈਅ ਕਰਨਾ ਕੌਣ ਬਣੇਗਾ ਕੌਣ ਨਹੀਂ ਬਣੇਗਾ, ਮੈਂ ਮੇਰੇ ਇਕੱਲੇ ਤੈਅ ਨਹੀਂ ਹੋ ਸਕਦਾ। ਹੋਰ ਕੋਈ ਜੀ? ਠੀਕ ਹੈ। ਥੈਂਕ ਯੂ। ਉਹ ਮੈਂ ਦੱਸਦਾ ਅੱਜ ਇਹਦੀ ਫਰਦਰ ਕਲੈਰੀਫਿਕੇਸ਼ਨ ਅਸੀਂ ਮੰਗੀ ਸੀ ਜਗਤਾਰ ਜੀ, ਅਸੀਂ ਫਿਰ ਵੀ ਕਲੈਰੀਫਿਕੇਸ਼ਨ ਹੋਰ ਹੀ ਮੰਗੀ ਸੀ ਕਿ ਜੇ ਪਾਵਰ ਵੀ ਟ੍ਰਾਂਸਫਰ ਕੀਤੀ ਜਾ ਸਕਦੀ ਆ ਫਰਦਰ, ਉਹਨਾਂ ਉੱਚੂ ਜਵਾਬ ਦਿੱਤਾ ਕਿ ਨਹੀਂ, ਉਹ ਸਿਰਫ ਐਕਟ ਦੇ ਅੰਦਰ ਕਮੇਟੀ ਹੀ ਕਰ ਸਕਦੀ ਹੈ। ਸੋ ਆਪੇ ਤੇ ਜੋ ਮਰਜ਼ੀ, ਆਪੇ ਤੇ ਹੁਣ ਅੱਜ ਮੁੱਖ ਮੰਤਰੀ ਬਣ ਜਾਣ। ਨਹੀਂ ਮੀਡੀਆ ਪੜ੍ਹ ਲਵੇ, ਜੋ ਮੀਡੀਆ, ਮੇਰੀ ਗੱਲ ਸੁਣੋ, ਮੀਡੀਆ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦੇਵੇ। ਉਹ ਕਹਦੇ ਜੀ ਕਿ ਅੱਜ ਐਗਜ਼ੈਕਟਿਵ ਨੇ ਮਤਾ ਪਾਸ ਕਰਤਾ, ਕਹਿੰਦੇ ਜੀ ਪ੍ਰਧਾਨ ਮੰਤਰੀ ਬਣਾ ਦਿਓ, ਬਣਾ ਦਿਓ, ਕੌਣ ਮਨਾ ਕਰ ਰਿਹਾ? ਇਹ ਤੇ ਕਾਨੂੰਨ ਦੇ ਦਾਇਰੇ ਨਾਲ ਚੱਲਣੀ ਆ, ਜੇ ਤੇ ਆਪਣੀ ਮਰਜ਼ੀ ਨਾਲ ਚੱਲਣੀ ਤੇ ਚਲਾ ਲਓ। ਠੀਕ ਆ ਜੀ ਯਾਰ, ਇੱਕ ਦੇ ਦੇ ਬਾਈਟ ਕਰ ਦਈਏ ਛੋਟੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਇੱਥੇ ਕਾਲ ਕੀਤੀ ਗਈ ਔਰ 30 ਤਰੀਕ ਨੂੰ ਇਹਦੀ ਚਿੱਠੀ ਜਿਹੜੀ ਹੈ ਜੋ ਐਕਟ ਦੇ ਹਿਸਾਬ ਦੇ ਨਾਲ ਪ੍ਰੋਵੀਜ਼ਨ ਹੁੰਦਾ ਟਾਈਮ ਦਾ, ਉਹਨੂੰ ਕੱਢਦੇ ਹੋਏ 1 ਤਰੀਕ ਦਾ ਅੱਜ ਟਾਈਮ ਦਿੱਤਾ ਸੀ ਔਰ ਅੱਜ ਇੱਥੇ ਮੀਟਿੰਗ ਕਾਲ ਕੀਤੀ ਗਈ। ਮੀਟਿੰਗ ਦਾ ਵੈਨਿਊ ਜਿਹੜਾ ਰੱਖਿਆ ਸੀ ਲਖੀਸ਼ਾ ਕਾਨਫਰੰਸ ਹਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਮਗਰ ਸਾਨੂੰ ਇੱਥੇ ਇਸ ਕਰਕੇ ਆਉਣਾ ਪੈ ਗਿਆ, ਜਨਰਲ ਸਕੱਤਰ ਦੇ ਕਮਰੇ ਦੇ ਵਿੱਚ ਮੀਟਿੰਗ ਹੋ ਰਹੀ ਹੈ ਕਿਉਂਕਿ ਉਸ ਕਮਰੇ ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਆਪਣੀ ਵੱਖਰੀ ਮੀਟਿੰਗ ਉੱਥੇ ਕਾਲ ਕੀਤੀ ਔਰ ਬੜੇ ਅਫਸੋਸ ਦੀ ਗੱਲ ਕਿ ਜਿਹੜਾ ਬੰਦਾ ਅੱਜ 1 ਮਹੀਨਾ ਪਹਿਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਚਲੇ ਗਏ ਔਰ ਅੱਜ ਵਾਪਸ ਆ ਕੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਆ ਕੇ ਦੁਬਾਰਾ ਕਾਬਿਜ਼ ਹੋਏ ਨੇ। ਮਗਰ ਅਸੀਂ ਅੱਜ ਜਿਸ ਤਰੀਕੇ ਦੇ ਨਾਲ ਮੀਟਿੰਗ ਕੀਤੀ, ਐਗਜ਼ੈਕਟਿਵ ਦੇ 13 ਦੇ ਵਿੱਚੋਂ 9 ਮੈਂਬਰ ਸਾਹਿਬਾਨ ਸਾਡੇ ਨਾਲ ਬੈਠੇ ਨੇ। ਸਰਦਾਰ ਕੁਲਵੰਤ ਸਿੰਘ ਜੀ ਬਾੜ ਸਾਹਿਬ, ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਸਰਦਾਰ ਵਿਕਰਮ ਸਿੰਘ ਜੀ ਰੋਹਿਣੀ, ਸਰਦਾਰ ਭੁਪਿੰਦਰ ਸਿੰਘ ਜੀ ਭੁੱਲਰ ਸਾਹਿਬ, ਸਰਦਾਰ ਪਰਮਜੀਤ ਸਿੰਘ ਜੀ ਚੰਦੋਕ, ਸਰਦਾਰ ਹਰਵਿੰਦਰ ਸਿੰਘ ਜੀ ਕੇਪੀ, ਸਰਦਾਰ ਜਤਿੰਦਰ ਸਿੰਘ ਜੀ ਸਾਨੀ, ਸਰਦਾਰ ਹਰਿੰਦਰਪਾਲ ਸਿੰਘ ਜੀ, ਇਹ ਸਾਰੇ ਐਗਜ਼ੈਕਟਿਵ ਦੇ ਮੈਂਬਰ ਨੇ ਜਿਨ੍ਹਾਂ ਨੇ ਇੱਕ ਜੁਟ ਹੋ ਕੇ ਇਹ ਮਤਾ ਪਾਸ ਕੀਤਾ ਕਿ ਸਭ ਤੋਂ ਪਹਿਲੀ ਗੱਲ ਕਿ ਜਿਹੜੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੱਲ੍ਹ ਚਿੱਠੀ ਕੱਢੀ ਸੀ ਨਵੀਂ ਕਮੇਟੀ ਨੂੰ ਬੁਲਾਉਣ ਦੀ, ਜਿਹਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ, ਸਭ ਤੋਂ ਪਹਿਲਾਂ ਤੇ ਅਸੀਂ ਉਸ ਚਿੱਠੀ ਨੂੰ ਨਕਾਰਦੇ ਹੋਏ ਉਸ ਚਿੱਠੀ ਦੇ ਉੱਤੇ ਉਸ ਚਿੱਠੀ ਨੂੰ ਰੱਦ ਕਰਦੇ ਆ। ਔਰ ਦੂਸਰੀ ਗੱਲ ਕਿ ਜੋ ਪਿਛਲੇ ਸਮੇਂ ਤੋਂ 1 ਮਹੀਨੇ ਤੋਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਾਣ ਤੋਂ ਬਾਅਦ ਇਸਤੀਫਾ ਉਹਨਾਂ ਨੇ ਦਿੱਤਾ ਸੀ, ਉਹਨੂੰ ਅੱਜ ਐਕਸੈਪਟ ਕੀਤਾ ਇਸ ਹਾਊਸ ਨੇ ਔਰ ਐਕਸੈਪਟ ਕਰਕੇ ਜਨਰਲ ਹਾਊਸ ਲਈ ਭੇਜਤਾ ਗਿਆ। ਜਦ ਤੱਕ ਹਾਊਸ ਕੰਪਲੀਟ ਨਹੀਂ ਹੁੰਦਾ ਤਦ ਤੱਕ ਸਰਦਾਰ ਕੁਲਵੰਤ ਸਿੰਘ ਬਾਠ ਜਿਹੜੇ ਮੀਤ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹਨਾਂ ਨੂੰ ਪ੍ਰਬੰਧ ਨਾਲ ਚਲਾਉਣ ਵਾਸਤੇ ਜ਼ਿੰਮੇਵਾਰੀ ਦਿੱਤੀ ਗਈ ਹੈ। ਔਰ ਲਗਾਤਾਰ ਜੋ ਪਿਛਲੇ ਸਮੇਂ ਤੋਂ ਕਈ ਚੀਜ਼ਾਂ ਇਹੋ ਜਿਹੀਆਂ ਹੋ ਰਹੀਆਂ ਸੀ ਕਿ ਜਿਹੜੀ ਨਾ ਐਗਜ਼ੈਕਟਿਵ ਦੇ ਨਜ਼ਰਾਂ 'ਚ ਲਿਆਈਆਂ ਜਾ ਰਹੀਆਂ ਸੀ, ਨਾ ਬਤੌਰ ਜਨਰਲ ਸਕੱਤਰ ਮੇਰੇ ਸਾਹਮਣੇ ਲਿਆਈਆਂ ਜਾ ਰਹੀਆਂ ਸੀ। ਇੱਕ ਬਹੁਤ ਵੱਡਾ ਸਕੈਮ ਜਿਹੜਾ ਸਾਨੂੰ ਨਜ਼ਰ ਆਇਆ ਪਿਛਲੇ 3-4 ਦਿਨਾਂ ਦੇ ਵਿੱਚ ਕਿ ਹਰਗੋਬਿੰਦ ਇਨਕਲੇਵ ਦਾ ਜਿਹੜਾ ਇੰਸਟੀਚਿਊਟ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ੂਟਿੰਗ ਰੇਂਜ ਚੱਲ ਰਿਹਾ ਹੈ, ਉਹਦੇ ਵਿੱਚ ਕੰਪਿਊਟਰ ਸੈਂਟਰ ਚੱਲ ਰਹੇ ਨੇ, ਉੱਥੇ ਜਿਮ ਚੱਲ ਰਿਹਾ ਜਿਹਦੀ ਕੋਈ ਪਰਮਿਸ਼ਨ ਨਹੀਂ ਲਈ ਗਈ, ਉਹਦੇ ਲਈ ਉਹਦੀ ਤਹਿਕੀਕਾਤ ਕਰਨ ਵਾਸਤੇ ਇੱਕ 3 ਮੈਂਬਰੀ ਕਮੇਟੀ ਦਾ ਅੱਜ ਗਠਨ ਕੀਤਾ, ਜਿਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਬਾਠ, ਸਰਦਾਰ ਹਰਿੰਦਰਪਾਲ ਸਿੰਘ ਜੀ ਤੇ ਸਰਦਾਰ ਵਿਕਰਮ ਸਿੰਘ ਰੋਹਿਣੀ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ। ਔਰ ਇਹ ਅੱਜ ਇਹ ਫੈਸਲਾ ਅੰਤਰਿੰਗ ਬੋਰਡ ਦਾ ਇੱਥੇ ਬੈਠ ਕੇ ਸਾਰਿਆਂ ਨੇ ਸਰਬਸੰਮਤੀ ਨਾਲ ਇਹਨੂੰ ਪਾਸ ਕੀਤਾ ਔਰ ਅਗਲੀ ਕਾਰਵਾਈ ਜ਼ਿੰਮੇਵਾਰੀ ਹੈ ਸਰਦਾਰ ਕੁਲਵੰਤ ਸਿੰਘ ਜੀ ਬਾਠ ਸਾਹਿਬ ਨੂੰ ਦਿੱਤੀ ਗਈ। WhatsApp ਕੀ ਕਹਿਣਾ ਚਾਹੋਗੇ ਇਸ ਵਕਤ? ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਸਾਹਿਬ ਅਤੇ ਆਪਣੇ ਜਿੰਨੇ ਵੀ ਐਗਜ਼ੈਕਟਿਵ ਦੇ ਮੈਂਬਰ ਹੈ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ। ਤੇ ਮੈਂ ਮੀਡੀਆ ਨੂੰ ਵੀ ਤੇ ਆਪਣੇ ਸਾਰੇ ਸਾਥੀ ਮੈਂਬਰਾਂ ਨੂੰ ਵੀ ਔਰ ਦਿੱਲੀ ਦੀ ਸੰਗਤ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਜਿਸ ਭਰੋਸੇ ਕਰਕੇ ਅਸੀਂ ਪਾਰਟੀ ਹਿੱਤਾਂ ਨੂੰ ਛੱਡ ਕੇ ਅੱਜ ਕਮੇਟੀ ਦੇ ਵਿੱਚ ਜੋ ਸਕੈਮ ਜਿਸ ਤਰੀਕੇ ਤੁਹਾਨੂੰ ਦੱਸਿਆ ਉਹ ਵੀ ਸਾਹਮਣੇ ਆਇਆ, ਹੋਰ ਪਤਾ ਨਹੀਂ ਕੀ ਚੀਜ਼ਾਂ ਹਾਲੇ ਨਿਕਲ ਕੇ ਆਉਣਗੀਆਂ ਕਿਉਂਕਿ ਇਹਦੇ ਬਾਰੇ ਜਨਰਲ ਸਕੱਤਰ ਸਾਹਿਬ ਨੂੰ ਐਗਜ਼ੈਕਟਿਵ ਨੂੰ ਵੀ ਕੋਈ ਜਾਣਕਾਰੀ ਪਿਛਲੇ ਸਮੇਂ 'ਚ ਨਹੀਂ ਦਿੱਤੀ ਗਈ। ਸੋ ਮੈਂ ਸਮਝਦਾ ਕਿ ਜਿਹੜਾ ਭਰੋਸਾ ਮੇਰੇ ਤੇ ਕਮੇਟੀ ਨੇ ਜਤਾਇਆ, ਮੈਂਬਰਾਂ ਨੇ ਜਤਾਇਆ ਔਰ ਸੰਗਤ ਨੂੰ ਅਸੀਂ ਇਹ ਸਿੱਧ ਕਰਕੇ ਦਿਖਾਵਾਂਗੇ ਕਿ ਕਮੇਟੀ ਦਾ ਜਿਹੜਾ ਅਕਸ਼ ਹੈ, ਜੋ ਰੋਜ਼ ਲੋਕਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀਆਂ ਰੂਮਰਸ ਜਾਂਦੀਆਂ ਤਰ੍ਹਾਂ ਦੀਆਂ, ਉਹਨਾਂ ਤੇ ਨਕੇਲ ਪਾਈ ਜਾ ਸਕੇ ਔਰ ਜਿਹੜਾ ਪ੍ਰਬੰਧ ਹੈ ਉਹਨੂੰ ਸੁਚਾਰੂ ਸੁਚੱਜੇ ਹੱਥਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਵੇ। ਕਾਲਕਾ ਜੀ ਅਸਤੀਫਾ ਤੇ ਇਹਨਾਂ ਨੇ ਵੀ ਦਿੱਤਾ ਸੀ, ਇਹਨਾਂ ਦਾ ਨਹੀਂ ਮਨਜ਼ੂਰ ਹੈ?
ਦੇਖੋ, ਸਭ ਤੋਂ ਪਹਿਲੀ ਗੱਲ ਕਿ ਇਹਨਾਂ ਦੇ ਅਸਤੀਫੇ ਦਾ ਜਿਹੜਾ ਰੂਮਰ ਫੈਲਾਇਆ ਗਿਆ ਸੀ, ਤਕਰੀਬਨ ਅੱਜ 1 ਸਾਲ ਹੋ ਗਿਆ। ਜਿਸ ਦਿਨ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਦੇਖਿਆ ਗਿਆ, ਉਸ ਅਸਤੀਫੇ ਦੇ ਉੱਤੇ ਚਿੱਠੀ ਬਣੀ ਸੀ ਜਿਹਦੇ ਉੱਤੇ ਕੋਈ ਸਾਈਨ ਨਹੀਂ ਸੀ। ਸੋ ਮੈਂ ਸਰਦਾਰ ਕੁਲਵੰਤ ਸਿੰਘ ਬਾੜ ਸਾਹਿਬ ਨੂੰ ਫੋਨ ਕਰਕੇ ਉਸ ਵਕਤ ਪੁੱਛਿਆ ਕਿ ਬਾੜ ਸਾਹਿਬ ਤੁਸੀਂ ਅਸਤੀਫਾ ਦਿੱਤਾ ਹੈ ਤੇ ਸਾਡੇ ਨਾਲ ਇੱਕ ਵਾਰ ਵਿਚਾਰ ਤੇ ਕਰ ਲੈਂਦੇ, ਤੇ ਮੇਰੇ ਅੱਗੇ ਹੱਸਣ ਲੱਗ ਪਏ ਕਿ ਮੈਂ ਤੇ ਕੋਈ ਅਸਤੀਫਾ ਦਿੱਤਾ ਨਹੀਂ। ਮੈਂ ਉਹ ਵੀ ਕਿਹਾ ਉੱਥੇ ਸਿਰਸਾ ਸਾਹਿਬ ਦੇ ਸਾਹਮਣੇ ਕਿਹਾ ਤੇ ਜੇ ਕੋਈ ਮੈਂ ਅਸਤੀਫਾ ਦਿੱਤਾ ਹੈ ਤੇ ਮੇਰੇ ਅੱਗੇ ਪ੍ਰੂਫ ਦਿਖਾਓ। ਔਰ ਮੈਂ ਕਿਹਾ ਅਗਰ ਤੁਸੀਂ ਅਸਤੀਫਾ ਨਹੀਂ ਦਿੱਤਾ ਤੇ ਤੁਸੀਂ ਇਹਦਾ ਸਪਸ਼ਟੀਕਰਨ ਜ਼ਰੂਰ ਦੇ ਕੇ ਜਾਓ। ਔਰ ਇਹਨਾਂ ਨੇ ਮੈਨੂੰ ਉਸੇ ਦਿਨ ਇੱਕ ਲੈਟਰ ਦੇ ਰਾਹੀਂ ਲਿਖ ਕੇ ਦਿੱਤਾ ਔਰ ਮੈਂ ਉਹਨਾਂ ਨੂੰ ਉਸੇ ਵਕਤ ਰਿਸੀਵਿੰਗ ਦਿੱਤੀ ਸੀ ਕਿ ਇਹਨਾਂ ਨੇ ਕੋਈ ਅਸਤੀਫਾ ਉਸ ਸਮੇਂ ਤੇ ਨਹੀਂ ਦਿੱਤਾ। ਪਰ ਮੀਡੀਆ 'ਚ ਕਦੀ ਕਲੇਮ ਨਹੀਂ ਕੀਤਾ ਤੁਸੀਂ ਕਿ ਅਸਤੀਫਾ ਨਹੀਂ ਦਿੱਤਾ। ਦੇਖੋ ਇਦਾਂ ਹੈ, ਮੈਂ ਇਹਦੇ ਬਾਰੇ ਆਪਣੀ ਕਲੈਰੀਫਿਕੇਸ਼ਨ ਤੁਹਾਨੂੰ ਦੇ ਦੇਵਾਂ। ਮੈਂ ਹੁਣੇ ਸਾਰੇ ਮੀਡੀਆ ਦੇ ਸਾਹਮਣੇ ਮਨਜਿੰਦਰ ਸਿੰਘ ਸਿਰਸਾ ਦੇ ਮੂੰਹ ਤੇ ਇਹ ਗੱਲ ਕਹਿ ਕੇ ਆਇਆ ਕਿ ਉਹਨਾਂ ਨੇ ਅਸਤੀਫਾ ਮੇਰੇ ਤੋਂ ਆਪ ਦਵਾਇਆ ਸੀ ਵੀ ਤੁਸੀਂ ਵੈਸੇ ਇੱਕ ਫਾਰਮੈਲਿਟੀ ਕਰ ਦਿਓ, ਕੋਈ ਅਸਤੀਫਾ ਲਿਖਤੀ ਦੇਣ ਦੀ ਲੋੜ ਨਹੀਂ ਹੈ। ਉਹਦੇ ਪਿੱਛੇ ਉਹਨਾਂ ਦਾ ਕੀ ਰਾਜ ਸੀ ਕੀ ਨਹੀਂ ਸੀ ਇਹ ਤਾਂ ਉਹੀ ਦੱਸ ਸਕਦੇ ਆ। ਲੇਕਿਨ ਉਸ ਤੋਂ ਬਾਅਦ ਮੈਂ ਬਾਰ-ਬਾਰ ਕਹਿੰਦਾ ਰਿਹਾ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਔਰ ਉਹਨਾਂ ਨੂੰ ਵੀ, ਔਰ 2-4 ਵਾਰ ਤੁਹਾਨੂੰ ਵੀ ਪਤਾ ਹੋਣਾ ਵੀ ਮੈਂ ਆ ਕੇ ਕੋਸ਼ਿਸ਼ ਕੀਤੀ ਕਿ ਮੇਰੀ ਜੋ ਜ਼ਿੰਮੇਵਾਰੀ ਹੈ ਮੈਂ ਉਹ ਜ਼ਿੰਮੇਵਾਰੀ ਨੂੰ ਨਿਭਾ ਸਕਾਂ। ਲੇਕਿਨ ਉਦੋਂ ਹਾਲਾਤ ਸ਼ਾਇਦ ਮਨਜਿੰਦਰ ਸਿੰਘ ਸਿਰਸਾ ਨੇ ਐਸੇ ਨਹੀਂ ਬਣ ਦਿੱਤੇ ਜੋ ਅੱਜ ਵੀ ਤੁਹਾਡੇ ਸਾਹਮਣੇ ਹੈ। ਮੈਂ ਇੱਕ ਗੱਲ ਹੋਰ ਕਰਦਾ, ਮੈਂ ਇਹਨਾਂ ਦੀ ਪਿੱਠ ਦੇ ਪਿੱਛੇ ਵੀ ਸ਼ਲਾਘਾ ਕਰਦਾ ਔਰ ਹੁਣ ਵੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਪਾਰਟੀਆਂ ਦੇ ਵਖਰੇਵੇ ਹੋਣ ਕਰਕੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਆ ਕੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਇਹ ਵੀ ਇਹਨਾਂ ਦਾ ਸ਼ਲਾਘਾ ਇਹਨਾਂ ਦੀ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ ਕਿ ਚੱਲਦੇ ਹੋਏ ਪ੍ਰਬੰਧ ਨੂੰ ਰੋਕਾ ਜਾਏ। ਹੁਣ ਵੀ ਕਿਉਂਕਿ ਇਹ ਪ੍ਰਬੰਧ ਚੱਲ ਨਹੀਂ ਰਿਹਾ ਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਸੀ, ਨੈਸ਼ਨਲ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਪਾਈ ਹੈ ਔਰ ਉਸ ਤੋਂ ਬਾਅਦ ਜਾਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦਖਲਅੰਦਾਜ਼ੀਆਂ ਉਸ ਤੋਂ ਬਾਅਦ ਵੀ ਅਸਤੀਫੇ ਤੋਂ ਬਾਅਦ ਕੀਤੀਆਂ ਜਾ ਰਹੀਆਂ, ਅਸੀਂ ਇਹਨਾਂ ਨੂੰ ਜਾ ਕੇ ਰਿਕੁਐਸਟ ਕੀਤਾ ਔਰ ਇਹਨਾਂ ਨੂੰ ਸਪੈਸ਼ਲੀ ਚੰਡੀਗੜ੍ਹ ਪੰਜਾਬ ਤੋਂ ਵਾਪਸ ਬੁਲਾਇਆ। ਹਾਲਾਂਕਿ ਦਿੱਲੀ 'ਚ ਨਹੀਂ ਰਹਿ ਰਹੇ, ਮਗਰ ਇਸ ਪ੍ਰਬੰਧ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੂੰ ਅਸੀਂ ਬੁਲਾਇਆ। ਔਰ ਨਾਲ ਹੀ ਅੱਜ ਦੀ ਜਿਹੜੀ ਇਸ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਸਪੈਸ਼ਲ ਇਨਵਾਈਟੀ ਖਾਸ ਤੌਰ ਤੇ ਸਰਦਾਰ ਹਰਮਨਜੀਤ ਸਿੰਘ ਜੀ ਔਰ ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਨੂੰ ਬੁਲਾਇਆ ਕਿ ਇਹਨਾਂ ਦੇ ਦਿਲ 'ਚ ਵੀ ਦਰਦ ਸੀ ਕਿ ਜਿਸ ਤਰੀਕੇ ਦੇ ਨਾਲ ਸਿੱਧੀਆਂ ਇੰਟਰਫੇਰੈਂਸ ਸਰਕਾਰਾਂ ਦੀ ਹੋ ਰਹੀ ਹੈ, ਸਰਕਾਰਾਂ ਦੇ ਵਿੱਚ ਜਾ ਕੇ ਸ਼ਮੂਲੀਅਤ ਪਾ ਕੇ ਇੱਥੇ ਜ਼ੋਰ ਜ਼ਬਰਦਸਤੀ ਕੀਤੀ ਜਾ ਰਹੀ ਹੈ, ਉਹਦੇ ਵਿੱਚ ਦੇਖਣ ਵਾਸਤੇ ਅੱਜ ਸਾਰੀ ਸਮੁੱਚੀ ਕੌਮ ਦਰਦੀ ਸਾਰੇ ਇਕੱਠੇ ਹੋਏ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਹਿੱਤ ਸਾਹਿਬ ਨੂੰ ਵੀ ਕਹਾਂਗਾ ਆਪਣੇ ਵਿਚਾਰ ਇੱਕ ਰੱਖਣ। ਮਿੰਟ, ਜਿਹੜੀ ਉਹ ਐਗਜ਼ੈਕਟਿਵ ਅਲੱਗ ਉਹਨਾਂ ਨੇ ਬੁਲਾਈ ਹੋਈ ਹੈ, ਹੁਣ ਅਗਰ ਤੁਹਾਡੀ ਇਹ ਸਹੀ ਹੈ ਤੇ ਇੱਕ ਕਿਸਮ ਨਾਲ ਉਹ ਬਾਗੀ ਮੰਨੇ ਜਾਂਦੇ, ਉਹਨਾਂ ਖਿਲਾਫ ਕੋਈ ਕਾਰਵਾਈ ਕਰੇਗੀ ਐਜ਼ ਐਗਜ਼ੈਕਟਿਵ ਮੀਟਿੰਗ? ਨਹੀਂ, ਅਸੀਂ ਉਹਨਾਂ ਦੀ ਜਿਹੜੀ ਉਹ ਮੀਟਿੰਗ ਬੁਲਾਈ ਹੈ ਉਹਨੂੰ ਨਲ ਐਂਡ ਵੋਇਡ ਕਰਦੇ ਆ। ਸਾਰੀ ਮੀਟਿੰਗ ਦੇ ਜਦ ਐਗਜ਼ੈਕਟਿਵ ਦੀ ਮੈਜੋਰਟੀ ਇੱਥੇ ਬੈਠੀ ਹੈ ਤੇ ਬਿਲਕੁਲ ਉਹਨਾਂ ਦੀ ਮੀਟਿੰਗ ਹੈ ਨਲ ਐਂਡ ਵੋਇਡ ਹੈ। ਅਗਰ 4 ਬੰਦੇ, ਮੇਰੇ ਖਿਆਲ 4 ਵੀ ਨਹੀਂ ਨੇ, 3 ਬੰਦੇ ਉੱਥੇ ਬੈਠੇ ਨੇ ਕਿਉਂਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਇਸਤੀਫਾ ਦੇ ਚੁੱਕੇ ਨੇ। ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਹੋਇਆ ਉਹਨਾਂ ਨੇ ਕਿ ਮੈਂ ਇਸਤੀਫਾ ਦੇ ਚੁੱਕਾ ਹੋਇਆ ਔਰ ਉਸ ਕਰਕੇ ਹੀ ਇਹਨਾਂ ਦਾ ਕੇਸ ਵਾਪਸ ਹੋਇਆ ਸੀ ਜਿਹੜਾ ਇਹਨਾਂ ਦਾ ਨੋਮੀਨੇਸ਼ਨ ਦਾ ਕੇਸ ਸੀ। ਸੋ ਹਰ ਪਾਸੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡਣ ਜਾਣ ਤੋਂ ਬਾਅਦ ਅੱਜ ਕਿਹੜਾ ਮੂੰਹ ਉਹਨਾਂ ਦਾ ਜਾਗਿਆ, ਕਿਹੜੇ ਉਹਨਾਂ ਤੇ ਜਾਂ ਉਹਨਾਂ ਨੂੰ ਸਰਕਾਰਾਂ ਵੱਲੋਂ ਕਿਹਾ ਗਿਆ, ਇਹਦੀ ਸਫਾਈ ਵੀ ਬੀਜੇਪੀ ਨੂੰ ਦੇਣੀ ਚਾਹੀਦੀ ਹੈ ਕਿ ਇਹ ਉਹਨਾਂ ਦਾ ਭੇਜਿਆ ਹੋਇਆ ਬੰਦਾ ਜਾਂ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਬੈਠੇ। ਇੱਕ ਬੀਜੇਪੀ ਦੇ ਸਿੱਖ ਸੈੱਲ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ, ਉਹ ਕਹ ਰਹੀ ਕਿ ਬੀਜੇਪੀ ਕੋਈ ਦਖਲਅੰਦਾਜ਼ੀ ਨਹੀਂ ਕਰਦੀ, ਇਹਨਾਂ ਨੂੰ ਵੀ ਜਿਹੜਾ ਵੀ ਅਗਰ ਬੀਜੇਪੀ 'ਚ ਸ਼ਾਮਿਲ ਹੋ ਰਿਹਾ ਉਹਨੂੰ ਸੱਤਾ ਦਾ ਮੋਹ ਤਿਆਗ ਦੇਣਾ ਚਾਹੀਦਾ ਦਿੱਲੀ ਕਮੇਟੀ ਨੂੰ। ਦੇਖੋ ਮੈਂ ਇਹਦੇ ਤੇ ਕਹਿ ਦਵਾਂ, ਜਿਸ ਬੰਦੇ ਨੇ ਬੀਜੇਪੀ ਦੇ ਸਿੱਖ ਸੈੱਲ ਨੇ ਉਹ ਵੀਡੀਓ ਕੱਢੀ ਹੈ ਉਹਦਾ ਅਧਿਕਾਰ ਖੇਤਰ ਬਹੁਤ ਛੋਟਾ ਹੈ। ਬੀਜੇਪੀ ਦੇ ਵੱਡੇ ਲੀਡਰ ਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ ਜਿਨ੍ਹਾਂ ਦੀ ਮਾਰਫਤ ਇਹਨਾਂ ਨੇ ਬੀਜੇਪੀ ਪਾਰਟੀ ਜੁਆਇਨ ਕੀਤੀ ਹੈ। ਹਿੱਸਾ ਮੈਂ ਅੱਜ ਜਿਹੜੀ ਜਗਤਾਰ ਨੇ ਗੱਲ ਕਹੀ, ਮੈਂ ਇਹਦੀ ਗੱਲ ਦਾ ਹੀ ਜਵਾਬ ਦਿੰਦਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਇਹ ਸਾਨੂੰ ਦਿਨ ਕਿਉਂ ਦੇਖਣੇ ਪਏ ਹੋ ਜਾ, ਜਿਹੜੇ ਬੰਦੇ ਪਾਰਟੀ ਦੀ ਖਾਤਰ ਵੀ ਸਿਰ ਵੱਢਿਆ ਜਾ ਸਕਦਾ, ਉਹਨੂੰ ਸਿਰ ਲਾਉਣ ਨੂੰ ਤਿਆਰ ਹੋਇਆ ਕੰਮ, ਉਹ ਉੱਧਰ ਬੈਠੇ ਆ, ਅਸੀਂ ਇੱਧਰ ਬੈਠੇ ਆ। ਇਹ ਸਾਡੀ ਕੇਸ ਘਰ ਦੀ ਲੜਾਈ ਆ, ਸਾਡੀ ਕਿਸੇ ਪਾਰਟੀ ਦੀ ਲੜਾਈ ਨਹੀਂ ਹੈ। ਇਹ ਅਕਾਲੀ ਦਲ ਦਾ ਹਾਲ ਇਹ ਹੋਇਆ ਸਾਡਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਿੱਤੇ ਅਸੀਂ ਬੰਦੇ ਸਾਡੇ ਕੋਲ ਜ਼ਿਆਦੇ, ਸਾਡੀ ਆਪਣੀ ਫੁੱਟ ਦਾ ਨਤੀਜਾ ਇਹ ਹੋਇਆ ਕਿ ਲਾਲਚ ਵਸ ਹੋ ਕੇ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਸਾਰੀ ਜ਼ਿੰਦਗੀ ਇੱਥੇ ਇਸ ਪਾਰਟੀ ਦੇ ਨਾਲ, ਪਾਰਟੀ ਦੇ ਸਿਰ ਤੇ ਖਲੋ ਕੇ ਆਪਣੇ ਆਪ ਨੂੰ ਡਿਵੈਲਪ ਕੀਤਾ, ਆਪਣੇ ਪ੍ਰੋਜੈਕਟ ਕੀਤਾ, ਤੇ ਅੱਜ ਉਹਨਾਂ ਦੀ ਵਜ੍ਹਾ ਕਰਕੇ ਅੱਜ ਇੰਨਾ ਭਾਰੀ ਇੱਥੇ ਨੁਕਸਾਨ ਹੋਇਆ ਪਾਰਟੀ ਦਾ ਕਿ ਸਾਨੂੰ ਇਹ ਕਰਨਾ ਪਿਆ ਸਿਰਫ ਇੱਕ ਬੰਦੇ ਕਰਕੇ। ਸਿਰਫ ਇੱਕ ਬੰਦੇ ਕਰਕੇ। ਮੈਂ ਹੁਣ ਇਹ ਕਹਿਣਾ ਚਾਹੁੰਦਾ, ਜਿਹੜੀ ਗੱਲ ਤੁਸੀਂ ਕੀ ਹੈ ਵੀ ਜਿਹੜੇ ਬੰਦੇ ਨਹੀਂ ਆਏ, ਜਿਹੜੇ ਨਹੀਂ ਪਾਰਟੀ ਦਾ ਆਖਿਆ ਨਾ ਮੰਨਣਗੇ, ਉਹ ਗਦਾਰ ਸਮਝ ਜਾਣਗੇ, ਬਾਗੀ ਨਹੀਂ, ਬਾਗੀ ਹੁੰਦੇ ਆ ਜਿਹੜੇ ਸੱਚ ਦੇ ਹੱਕ ਦੀ ਲੜਾਈ ਲੜਦੇ, ਉਹ ਬਗਾਵਤ ਕਰਦੇ ਹੁੰਦੇ ਆ। ਇਹ ਗਦਾਰ ਹੁੰਦੇ ਆ ਜਿਹੜੇ ਬੰਦੇ ਆਪਣੇ ਮਤਲਬ ਲਈ ਛੱਡ ਕੇ ਦੂਜੇ ਬੰਦੇ ਜਾਂਦੇ ਆ, ਇਹ ਗਦਾਰੀ ਕਰਦੇ ਆ। ਜਿਹੜੇ ਪਾਰਟੀ ਦਾ ਹੁਕਮ ਨਹੀਂ ਮੰਨਣਗੇ, ਜਿਹੜਾ ਜਿਹਨੂੰ ਪ੍ਰਧਾਨ ਸਰਦਾਰ ਆਪਣਾ ਹਰਮੀਤ ਸਿੰਘ ਕਾਲਕਾ, ਇਹ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਸਟੇਟ ਦੇ,
ਜਿਹੜਾ ਇਹਨਾਂ ਦਾ ਕਹਿਣਾ ਨਹੀਂ ਮੰਨਦਾ, ਜਿਹੜਾ ਮੈਂਬਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜ ਕੇ ਆਇਆ, ਜਿੱਤ ਕੇ ਆਇਆ, ਇਹ ਹੁਕਮ ਕਰਦੇ ਉਹ ਨਹੀਂ ਆਉਂਦਾ ਤੇ ਉਹ ਗਦਾਰ ਸਮਝਿਆ ਜਾਊਗਾ। ਇਹ 'ਚ ਕੋਈ ਦੋ ਰਾਏ ਨਹੀਂ। ਉਹਨੂੰ ਇਹ ਚਾਹੀਦਾ ਜੇ ਕਿਸੇ ਗਲਤੀ ਕੀਤੀ ਵੀ ਆ ਤਾਂ ਉਹ ਆ ਕੇ ਪਾਰਟੀ 'ਚ ਸ਼ਾਮਲ ਹੋਵੇ। ਅਸੀਂ ਭਾਵੇਂ ਘੱਟ ਰਹਿ ਜਾਈਏ ਵੱਧ ਰਹਿ ਜਾਈਏ, ਲੇਕਿਨ ਅਸੀਂ ਕਿਸੇ ਵੀ ਕਿਸਮ ਦੇ ਪਾਰਟੀ ਦੇ ਨਾਲ ਆ। ਸਾਡਾ ਇੱਕ ਬੰਦਾ ਜਿਹੜੇ ਇੱਥੇ ਬੈਠਾ, ਲੇਕਿਨ ਇੱਕ ਗੱਲ ਮੈਂ ਕਹਿੰਦੇ ਆ, ਇਹ ਜਿਹੜੀ ਅੱਜ ਅਸੀਂ ਮੀਟਿੰਗ ਕੀਤੀ ਆ, ਇਹ ਅਸੀਂ ਪਾਰਟੀ ਰਾਜਨੀਤੀ ਤੋਂ ਉੱਤੇ ਉੱਠ ਕੇ ਕੀਤੀ ਆ। ਇਹਦੇ ਵਿੱਚ ਸਾਰੇ ਗਰੁੱਪ ਅਸੀਂ ਇਕੱਠੇ ਹੋਏ ਆ। ਸਭ ਨੂੰ ਅਸੀਂ ਇਕੱਠਿਆਂ ਕੀਤਾ ਇਸ ਕਰਕੇ ਕਿ ਇਹ ਗੁਰਦੁਆਰਾ ਕਮੇਟੀ ਜਿਹੜੀ ਆ, ਇਹ ਕਿਸੇ ਦੀ ਕੋਈ ਆਪਣੀ ਬਾਪ ਦਾਦੇ ਦੀ ਜ਼ਗੀਰ ਨਹੀਂ ਹੈਗੀ। ਹੈ ਦਿੱਲੀ ਦੇ 10 ਲੱਖ ਸਿੱਖਾਂ ਦੀ ਇਹ ਨੁਮਾਇੰਦਾ ਚੋਣ ਹੈ, ਕਮੇਟੀ ਆ ਇਹ। ਇਸ ਕਰਕੇ ਇਸ ਕਮੇਟੀ ਦੀ ਖਾਤਰ ਐਕਟ ਬਣਿਆ। ਜੇਲ੍ਹਾਂ ਕੱਟੀਆਂ 16,000 ਅਕਾਲੀ ਕੈਦ ਹੋਏ ਪੰਜਾਬ ਤੋਂ ਆ ਕੇ ਇੱਥੇ, ਉਹ ਐਕਟ ਬਣਿਆ ਤੇ ਅੱਜ ਤੱਕ ਅਸੀਂ ਉਸ ਐਕਟ ਦੇ ਚੋਣਾਂ ਲੜਦੇ ਆ ਰਹੇ ਹਾਂ। ਇਸ ਕਰਕੇ ਇਹ ਜਿਹੜੀ ਕਮੇਟੀ ਆ, ਇਹ ਬਹੁਤ ਮਹੱਤਵਪੂਰਨ। ਕਿੰਨੇ ਕਾਲਜ ਨੇ, ਕਿੰਨੇ ਸਕੂਲ ਨੇ, ਕਿੰਨੇ ਹਸਪੀਟਲ ਨੇ, ਕਿੰਨਾ ਲੋਕ ਸਫਰ ਹੋ ਰਹੇ ਆ। ਕਿਸੇ ਨੂੰ ਆਟਾ ਨਹੀਂ ਮਿਲਦਾ, ਕਿਸੇ ਨੂੰ ਪੈਸਾ ਨਹੀਂ ਮਿਲਦਾ। ਗਰੀਬ ਦੇਖਦਾ ਹੈ ਗੁਰਦੁਆਰੇ ਵਾਲਾ, ਔਰ ਇਹ ਲੜਾਈ ਵਾਲੇ ਤਾਂ ਲੱਗੇ ਹੋਏ ਇੱਧਰ ਵੀ ਸਾਨੂੰ ਪਾਵਰਾਂ ਮਿਲ ਜਾਣ। ਕੋਈ ਸੈਂਟਰ 'ਚ ਆ ਕੇ ਬਹਿ ਗਿਆ, ਕੋਈ ਦੂਜੇ ਥਾਂ ਬਹਿ ਗਿਆ ਜਾ ਕੇ। ਇਹਨਾਂ ਨੇ ਜੋ ਕੁਝ ਵੀ ਇਹ ਕੀਤਾ ਹੈ, ਇਹ ਸਾਰਾ ਸਾਡੀ ਆਪਣੀ ਘਰ ਦੀ ਨਿੱਜੀ ਲੜਾਈ ਵੀ ਇਸ ਗੱਲ ਦੀ ਨਹੀਂ ਕਿ ਕਿਸੇ ਨੂੰ ਕਾਲ ਕਹਿੰਦੇ ਇਹਨੇ ਹਰਮੀਤ ਨੇ ਕੁਝ ਕਿਹਾ ਹੋਵੇ ਜਾਂ ਇਹਨੇ ਕਿਹਾ ਕਿਸੇ ਨੇ ਕੁਝ ਨਹੀਂ। ਇਹ ਆਪਣੇ ਆਪ ਦੇ ਵਿੱਚ ਲੜਾਈ ਉਤਪੰਨ ਹੋਈ ਇਹਨਾਂ ਦੇ, ਤੇ ਆਪੇ ਜਾ ਕੇ ਵੱਖਰੇ ਬਹਿ ਗਏ। ਆਹ ਜਿਹੜਾ ਹੁਣ ਤਕੜਾ ਵੱਖਰਾ ਹੈ, ਮੈਂ ਇਹਦੀ ਨਿੰਦਿਆ ਕਰਦਾ। ਇਹਨਾਂ ਨੂੰ ਵੱਖਰੇ ਬਿਲਕੁਲ ਨਹੀਂ ਬਣਾਉਣਾ ਚਾਹੀਦਾ। ਜੇ ਸਰਸਾ ਗਿਆ ਵੀ ਸੀ ਉੱਥੇ, ਤੇ ਉਹਨੂੰ ਆਪਣੀ ਪਿੱਛੇ ਕਮੇਟੀ ਬਣਾਉਣੀ ਚਾਹੀਦੀ ਸੀ। ਵੀ ਤੁਸੀਂ ਮੈਂ ਚੱਲਿਆ ਤਾਂ ਤੁਸੀਂ ਕਮੇਟੀ ਬਣਾ ਲਓ, ਲੇਕਿਨ ਕਮੇਟੀ ਵੀ ਨਾ ਬਣੀ। ਅੱਜ ਇਹਦਾ ਨੁਕਸਾਨ ਕੌਮ ਦਾ ਨੁਕਸਾਨ ਹੋ ਰਿਹਾ, ਸਾਰੇ ਪੰਥ ਦਾ ਨੁਕਸਾਨ ਹੋ ਰਿਹਾ। ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ। ਉਹ ਸਾਡੇ 'ਚੋਂ ਕੋਈ ਬੰਦਾ ਵੀ ਇੱਥੋਂ ਬਾਹਰ ਨਹੀਂ ਹੈਗਾ। ਇਸ ਕਰਕੇ ਇਕੱਠੇ ਹੋਏ ਆ ਕਿ ਬਿਲਕੁਲ ਸੁਚਾਰੂ ਰੂਪ ਨਾਲ ਕਮੇਟੀ ਚੱਲੇ। ਔਰ ਜੇ ਸਕੂਲ ਕਾਲਜ ਆਪਾਂ ਸਕੂਲਾਂ ਦੀ ਤਨਖਾਹਾਂ ਦੇਣ ਵਾਲੀਆਂ, ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਇੱਥੇ, ਤਨਖਾਹਾਂ ਨੂੰ ਦਿੱਤੀਆਂ ਜਾਣ। ਸਟਾਫ ਵਿਚਾਰਾ ਭੁੱਖਾ ਮਰਦਾ ਪਿਆ, ਤੇ ਇਹ ਬੱਚੇ ਦਾ ਪੜ੍ਹਾਈ ਕਰਨ। ਤੇ ਅੱਗੇ ਕਰੋਨਾ ਉੱਤੋਂ ਆ ਗਿਆ, ਪਿੱਛੇ ਵੀ ਬੜੀ ਪਰੇਸ਼ਾਨੀ ਕੱਟੀਆਂ, ਹੁਣ ਫਿਰ ਉਹੀ ਪ੍ਰੋਬਲਮ ਸੱਤੇ ਖੜੀ ਹੋ ਗਈ ਆ ਕੇ। ਇਸ ਕਰਕੇ ਜ਼ਿੰਮੇਵਾਰੀ ਕੋਈ ਸਮਝਦਾ ਨਹੀਂ ਸੀ। ਅੱਜ ਇਹ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦਰਦ ਨੂੰ ਦੇਖਦਿਆਂ ਹੋਇਆ ਇਹ ਕਮੇਟੀ ਅੱਜ ਮੀਟਿੰਗ ਕੀਤੀ ਸੀ, ਤੇ ਇਸ ਮੀਟਿੰਗ ਦੇ ਵਿੱਚ ਜਿਹੜੇ ਮਤੇ ਕੀਤੇ ਆ, ਉਹ ਕਲੈਰੀਫਿਕੇਸ਼ਨ ਕੀਤੀ ਆ, ਲੋਕਾਂ ਨੂੰ ਪਤਾ ਲੱਗ ਜਾਏ ਵੀ ਸੱਚ ਕੀ ਹੈਗਾ। ਇੱਥੇ ਧੱਕੇ ਨਾਲ ਕੁਝ ਨਹੀਂ ਹੋਣਾ ਕਿ ਧੱਕੇ ਨਾਲ ਆ ਕੇ ਕੁਰਸੀ 'ਤੇ ਬਹਿ ਜਾਏ, ਧੱਕੇ ਨਾਲ ਕੋਈ ਛੱਡ ਕੇ ਉੱਥੇ ਬਹਿ ਜਾਏ। ਇੱਥੇ ਗੱਲ ਹੋਣੀ ਆ ਕਾਨੂੰਨ ਦੇ ਅਸੂਲ ਦੀ ਗੱਲ। ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਆ, ਇਹਦੇ ਵਿੱਚ ਅਸੀਂ ਇਹ ਪਾਸ ਕੀਤੇ। ਜਿਹੜੇ ਦੱਸਿਆ ਹਰਮੀਤ ਜੀ ਨੇ ਹੁਣੇ ਆਪਣੇ ਤਿੰਨੇ ਮਤੇ ਚਾਰੇ, ਉਹ ਅਸੀਂ ਕੀਤੇ। ਬਹੁਤਾ ਨਹੀਂ ਲੰਬਾ ਚੌੜਾ ਕੀਤਾ, ਸਿਰਫ ਇੰਨੀ ਕੇਸ ਕਰਕੇ ਕੀਤੇ ਆ ਕਿ ਕਮੇਟੀ ਜਿਹੜੀ ਸੁਚਾਰੂ ਰੂਪ ਵਿੱਚ ਚੱਲ ਸਕੇ, ਤਾਂ ਕਿ ਅਸੀਂ ਸਾਰੇ ਲੋਕ। ਜੀ ਕੀ ਜਾਣਦੇ ਨੇ ਕਿ ਕਮੇਟੀ ਦੇ ਹੱਲੇ ਕੋਈ ਇਜਲਾਸ ਨਾ ਬੁਲਾਇਆ ਜਾਵੇ, ਐਗਜ਼ੀਕਿਊਟਿਵ ਮੈਂਬਰ ਮੀਟਿੰਗ ਨਾ ਬੁਲਾਈ ਜਾਵੇ? ਨਹੀਂ, ਉਹਦਾ ਮੈਨੂੰ ਕੀ ਪਤਾ ਕੀ ਚਾਹੁੰਦਾ। ਮੈਂ ਤਾਂ ਆਪਣੀ ਗੱਲ ਕਰਦਾ, ਅਸੀਂ ਕੀ ਚਾਹੁੰਦੇ ਆ ਜੋ ਅਸੀਂ ਇਹ ਜਿਵੇਂ ਮੈਂਬਰ ਅਲੱਗ ਹੋ ਰਹੇ ਨੇ, ਇਹ ਲੜਾਈ ਕਿੱਥੇ ਬਾਦਲ ਵਰਸਸ ਬਾਦਲ ਹੀ ਬਣੀ ਜਾ ਰਹੀ ਹੈ। ਕੋਈ ਮੈਂਬਰਾਂ ਨੂੰ ਲੈ ਕੇ ਬਾਦਲ ਦੇ ਮੈਂਬਰ ਸਭ ਤੋਂ ਪਹਿਲੀ ਗੱਲ ਤੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਏਜੰਡਾ ਨਹੀਂ ਹੈ। ਇਹ ਏਜੰਡਾ ਇਸ ਕਰਕੇ ਨਹੀਂ ਹੈ ਕਿਉਂਕਿ ਇਹ ਅੰਤਰਿਕ ਬੋਰਡ ਦੀ ਮੀਟਿੰਗ ਹੋਈ ਹੈ, ਔਰ ਇਹਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਸਰਦਾਰ ਪਰਮਜੀਤ ਸਿੰਘ ਰਾਣਾ ਦਾ ਮੈਂ ਧੰਨਵਾਦ ਕਰਦਾ, ਸਰਦਾਰ ਕੁਲਵੰਤ ਸਿੰਘ ਬਾਠ ਸਾਹਿਬ ਦਾ, ਸਰਦਾਰ ਹਰਿੰਦਰਪਾਲ ਸਿੰਘ ਜੀ ਦਾ, ਸਰਦਾਰ ਜਤਿੰਦਰ ਸਿੰਘ ਸਾਨੀ ਜੀ ਦਾ, ਕਿਉਂਕਿ ਇਹ ਵੱਖਰੀਆਂ ਪਾਰਟੀਆਂ ਤੋਂ ਇੱਥੇ ਉੱਠ ਕੇ ਸਿਰਫ ਇਸ ਕਰਕੇ ਸਾਡੇ ਨਾਲ ਆ ਕੇ ਖਲੋਏ ਨੇ ਕਿ ਜਿਹੜਾ ਕੰਮ ਸਰਕਾਰਾਂ ਚਾਹ ਰਹੀਆਂ, ਜਿਹੜਾ ਕੰਮ ਸਰਦਾਰ ਮਨਜਿੰਦਰ ਸਿੰਘ ਸਿਰਸਾ ਇੱਥੇ ਸਰਕਾਰਾਂ ਦੀ ਦਖਲਅੰਦਾਜ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਰਾਉਣਾ ਚਾਹੁੰਦਾ, ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਕਰਕੇ ਅਸੀਂ ਸਾਰੇ ਇਕੱਠੇ ਹੋਇਆ ਔਰ ਇੰਸਟੀਚਿਊਟ ਦੇ ਬੈਟਰਮੈਂਟਸ ਵਾਸਤੇ ਸਾਰਿਆਂ ਨੇ ਇਕਜੁੱਟ ਹੋਇਆ ਔਰ ਇੱਕ ਮਤ ਦੇ ਨਾਲ ਦਿੱਲੀ ਦੀ ਸੰਗਤ ਦੇ ਸਾਰੇ ਨੁਮਾਇੰਦੇ ਆ। ਭਾਵੇਂ ਕੋਈ ਜਿੱਤਿਆ ਜਾਂ ਹਾਰਿਆ ਉਹ ਗੱਲ ਨਹੀਂ ਹੈ, ਮਗਰ ਸਾਰੇ ਪੰਥ ਦਰਦੀ ਹੈ। ਇਸ ਕਰਕੇ ਅੱਜ ਇਹ ਮੀਟਿੰਗ ਬੁਲਾਈ ਹੈ ਔਰ ਇਹ ਕੁਐਸਚਨ ਜਿਹੜਾ ਤੁਹਾਡਾ, ਇਹਦਾ ਜਵਾਬ ਮੈਂ ਅਕਾਲੀ ਦਲ ਦੀ ਉਹਦੀ ਦੇਵਾਂਗਾ ਜਾਂ ਇਕੱਲੇ ਦੇਵਾਂਗਾ। ਇਹ ਅੱਜ ਅੰਤਰਿਕ ਬੋਰਡ ਦਾ ਸਵਾਲ ਹੈ। ਮੈਂ ਇਸ ਕਰਕੇ ਇਹ ਅੰਤਰਿਕ ਬੋਰਡ ਉਹ ਆ ਜਿਹਦਾ ਪ੍ਰਧਾਨ ਮਨਜਿੰਦਰ ਸਰਸਾ ਬਣ ਕੇ ਬੈਠਾ ਨਾ, ਉਹ ਬੋਰਡ ਹੈ। ਇਹ ਨਵੇਂ ਜਿੱਤਿਆ ਮੈਂਬਰ ਦਾ ਬੋਰਡ ਨਹੀਂ ਹੈ। ਨਵਾਂ ਤਾਂ ਹਾਊਸ ਬਣਿਆ ਨਹੀਂ। ਇਸ ਕਰਕੇ ਪੁਰਾਣੇ ਬੋਰਡ ਨੂੰ ਅਸੀਂ ਖੜਾ ਕੀਤਾ ਤਾਂ ਕਿ ਜੇ ਉਹ ਪ੍ਰਧਾਨ ਆ ਤਾਂ ਫਿਰ ਇਹ ਬੋਰਡ ਵੀ ਪੁਰਾਣੇ ਮੈਂਬਰ ਵੀ ਉਹ ਮੈਂਬਰ ਨੇ ਸਾਰੇ। ਨਾਲੇ ਬੋਲਿਆ ਅਸੀਂ ਧੰਨਵਾਦ ਕਰਦੇ ਹਾਂ ਜਥੇਦਾਰ ਹਿੱਤ ਸਾਹਿਬ ਦਾ ਔਰ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦਾ, ਜਿਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਇਕੱਠੇ ਕਰਕੇ ਇੱਥੇ ਇੱਕ ਮਤ ਫੈਸਲਾ ਕੀਤਾ। ਅੱਜ ਮੈਨੂੰ ਲੱਗਦਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੋਂ ਇੱਕ ਬਹੁਤ ਵੱਡਾ ਮੈਸੇਜ ਬਾਹਰ ਜਾਏਗਾ, ਚਾਹੇ ਕੋਈ ਕਿਸੇ ਪਾਰਟੀ ਦਾ ਕਿਸੇ ਧੜੇ ਦਾ ਹੋਵੇ, ਪਰ ਜੇ ਕੌਮ ਦੀ ਗੱਲ ਆ ਗਈ, ਜੇ ਪੰਥ ਦੀ ਗੱਲ ਆ ਗਈ ਤਾਂ ਆਪਾਂ ਸਾਰੇ ਇਕੱਠੇ ਹਾਂ। ਇਹੋ ਜਿਹੀ ਮਿਸਾਲ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਪਰ ਅੱਜ ਤੁਹਾਨੂੰ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਅਸੀਂ ਸਾਰੇ ਵੱਖ-ਵੱਖ ਬੇਸ਼ੱਕ ਧੜੇ ਤੋਂ, ਜਿਵੇਂ ਕਾਲਕਾ ਜੀ ਨੇ ਕਿਹਾ, ਹਿੱਤ ਸਾਹਿਬ ਨੇ ਇਨੀਸ਼ੀਏਟਿਵ ਲਿਆ ਔਰ ਅਸੀਂ ਸਾਰਿਆਂ ਨੇ ਇੱਕ ਮਤ ਹੋ ਕੇ ਫੈਸਲਾ ਕੀਤਾ
ਕਿ ਇਸ ਵੇਲੇ ਗੁਰੂ ਘਰ ਨੂੰ ਬਚਾਉਣਾ, ਗੁਰੂ ਘਰ ਦੀਆਂ ਜਿਹੜੀਆਂ ਮਰਿਆਦਾ ਨੂੰ ਉਹਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਬਾਕੀ ਗੱਲਾਂ ਅਸੀਂ ਬਾਅਦ ਚ ਕਰਾਂਗੇ। ਔਰ ਮੈਂ ਆਸ ਕਰਦਾ ਕਿ ਜਿਹੜੀ ਅੱਜ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਬਾੜ ਸਾਹਿਬ ਨੂੰ ਸੇਵਾ ਮਿਲੀ ਹੈ, ਅਸੀਂ ਸਾਰੇ ਹੀ ਰਲ ਕੇ ਕੌਮ ਦੀ ਜਿਹੜੀ ਆਸ ਹੈ ਸਾਡੇ ਤੋਂ, ਸੰਗਤ ਜੋ ਸਾਡੇ ਵੱਲ ਵੇਖਦੀ ਹੈ, ਸਾਨੂੰ ਇਸ ਵੱਲ ਦੇਖਦੀ ਹੈ ਕਿ ਵੀ ਕੀ ਇਹ ਸਾਡੇ ਪ੍ਰਬੰਧਕ ਕਰਨਗੇ, ਤਾਂ ਮੈਨੂੰ ਲੱਗਦਾ ਕਿ ਅੱਗੇ ਜਿਹੜੇ ਪ੍ਰੋਗਰਾਮ ਜਿਹੜੇ ਆਉਣਗੇ ਉਹਦੇ ਵਿੱਚ ਅਸੀਂ ਪੂਰਾ ਸਹਿਯੋਗ ਕਰਾਂਗੇ। ਜਦ ਤੱਕ ਨਵੀਂ ਕਮੇਟੀ ਨਹੀਂ ਬਣਦੀ ਤਦ ਤੱਕ ਅਸੀਂ ਸਾਰੇ ਇਕੱਠੇ ਹਾਂ ਔਰ ਕੌਮ ਦੇ ਹਿੱਤ ਵਿੱਚ ਇਹ ਕੰਮ ਕਰਾਂਗੇ। ਬਹੁਤ ਬਹੁਤ ਸਰ ਕੌਮ ਦੇ ਇਹਦੇ ਸਿਰਸਾ ਜੀ ਕੰਮ ਕਰ ਰਹੇ ਸੀ ਪਹਿਲੇ। ਦੇਖੋ ਜਦੋਂ ਨਹੀਂ ਇੱਕ ਮਿੰਟ ਸਿਰਸਾ ਜੀ ਕੰਮ ਕਰ ਰਹੇ ਸੀ, ਅਸਤੀਫਾ ਦੇਣ ਤੋਂ ਬਾਅਦ ਤਾਂ ਇਕੱਠੇ ਹੋਏ ਆ, ਉਹ ਚਲੇ ਗਏ ਤਾਂ ਹੀ ਤਾਂ ਇਕੱਠੇ ਹੋਏ ਆ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਰਦਾਰ ਕੁਲਵੰਤ ਸਿੰਘ ਬਾੜ ਸਾਹਿਬ ਨੂੰ ਉਹਨਾਂ ਦੇ ਕਮਰੇ 'ਚ ਅਸੀਂ ਬਿਠਾਣਾ ਹੈ, ਤੇ ਉੱਥੇ ਮੀਡੀਆ ਜ਼ਰੂਰ ਆਉਣਾ। ਬਾੜ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ। ਦੋ ਦਿਨ ਬੰਦੇ ਇੱਧਰ ਆਇਓ, ਸਾਰੇ ਉੱਧਰ ਹਟ ਜਾਓ। ਇੱਕ ਮਿੰਟ ਇੱਕ ਮਿੰਟ ਸਾਹਮਣੇ ਬਾੜ ਸਾਹਿਬ ਹੁਣ ਬੈਠ ਜਾਓ। ਬਾੜ ਸਾਹਿਬ ਇੱਧਰ ਸਰੋਪੇ ਨੂੰ ਹੱਥ ਲਾ ਬੈਠ ਜਾ ਯਾਰ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦਿ। ਇੱਧਰ ਜੀ ਇੱਧਰ ਦੇਖੋ ਜੀ ਇੱਧਰ ਹਾਂਜੀ ਇੱਧਰ ਇੱਕ ਵਾਰ ਮੀਟਿੰਗ ਤੁਹਾਡੇ ਬਾਅਦ ਚ ਹੋਈ ਹੈ, ਉਹ ਹੈ ਜਾਂ ਨਹੀਂ ਹੈ ਉਹ ਬਾਅਦ ਚ ਡਿਸਕਸ ਕਰਾਂਗੇ। ਕੋਈ ਨਹੀਂ ਕਰਾਂਗੇ, ਡਿਸਕਸ ਕਰੋ। ਨਹੀਂ ਬਾਅਦ ਚ ਨਹੀਂ ਜਿਹੜੇ ਕਿਹੜੇ ਸਪੈਸ਼ਲ ਕਮੇਟੀ ਬੈਠੇ ਬਹਿ ਜਾਓ, ਕੋਈ ਗੱਲ ਨਹੀਂ, ਕੋਈ ਸਪੈਸ਼ਲ ਕਮੇਟੀ ਨਹੀਂ ਹੈਗਾ ਇੱਥੇ। ਸਪੈਸ਼ਲ ਕਮੇਟੀ ਕੋਈ ਨਹੀਂ ਹੈਗੀ। ਦੁਬਾਰਾ ਜੀ ਕੋਈ ਨਾ ਜਿਹੜੇ ਸਪੈਸ਼ਲ ਕਮੇਟੀ ਦੇ ਮੈਂਬਰ ਬੁਲਾਏ ਕਮੇਟੀ ਦੇ ਕੋਈ ਝਗੜਾ ਨਹੀਂ। ਨਹੀਂ, ਤੁਹਾਡੀ ਵਾਲੀ ਜਿਹੜੀ ਹੈ ਮੀਟਿੰਗ ਹੈ ਜਾਂ ਨਹੀਂ ਹੈ ਬਾਅਦ ਦੀ ਗੱਲ ਹੈ। ਬਾਅਦ ਕਰਾਂਗੇ ਇਹ 31 ਤਰੀਕ ਨੂੰ ਕੀਤੀ ਗਈ ਹੈ, ਉਹਦੀ ਮੀਟਿੰਗ ਹੈਗੀ ਹੈ ਐਗਜ਼ੈਕਟਿਵ ਦੀ, ਔਰ ਐਗਜ਼ੈਕਟਿਵ ਦੇ ਮੈਂਬਰ ਬਿਨਾਂ 3 ਬੰਦੇ ਸਪੈਸ਼ਲ ਇਨਵਾਈਟੀ ਹੈਗੇ ਨੇ, ਸਰਦਾਰ ਹਰਮਨਜੀਤ ਸਿੰਘ ਜੀ, ਸਰਦਾਰ ਅਵਤਾਰ ਸਿੰਘ ਹਿੱਤ ਤੇ ਸਰਦਾਰ ਤਰਵਿੰਦਰ ਸਿੰਘ ਮਾਰਵਾ। ਉਹਦੇ ਇਲਾਵਾ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਾਹਰ ਚਲੇ ਜਾਓ। ਜਿਹੜੇ ਸਪੈਸ਼ਲ ਇਨਵਾਈਟੀ ਮੈਂ ਬੁਲਾਏ ਗਏ ਨੇ ਸਾਰੇ ਮੈਂਬਰਾਂ ਨੂੰ, ਉਹ ਸਾਰੇ ਬਹਿ ਸਕਦੇ। ਉਹਦੇ ਇਲਾਵਾ ਜਿਹੜਾ ਬਾਹਰ ਜਾਣਾ ਦੇਖੋ, ਮੈਂ ਇੱਕ ਗੱਲ ਹੈ ਕਿ ਅਗਰ ਇਹ ਖਲਲ ਪਾਣੀ ਹੈ ਤੇ ਗੱਲ ਵੱਖਰੀ ਹੈ। ਜੇ ਤੁਸੀਂ ਕਰ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ ਹੈਗੀ। ਤੁਸੀਂ ਆਪਣੀ ਵੱਖਰੀ ਮੀਟਿੰਗ ਕਰੋ, ਮੈਨੂੰ ਕੋਈ ਕੋਈ ਗੱਲ ਨਹੀਂ, ਕਰ ਲੈਂਦੇ ਹਾਂ ਅਸੀਂ ਤੁਸੀਂ ਬਹਿ ਤਾਂ ਮੈਨੂੰ ਕੋਈ ਦਿੱਕਤ ਨਹੀਂ। ਵੱਖਰੀ ਮੀਟਿੰਗ ਕਰ ਲੈਂਦੇ ਹਾਂ। ਕੋਈ ਕਰ ਲਓ, ਮੈਨੂੰ ਜੀ ਸਾਹਿਬ, ਇੱਕ ਔਰ ਕਾਨਫਰੰਸ ਹੋ ਪਹਿਲਾਂ ਆਪਾਂ ਕਿਹਾ ਹੋਇਆ ਸੀ ਕਿ ਜਿੱਥੇ ਕਰਨਾ ਚਾਹ ਕਰ ਲੈਣ ਕੋਈ ਦਿੱਕਤ ਥੋੜੀ। ਚਿੱਠੀ ਪਹਿਲੇ ਸਾਡੀ ਨਿਕਲੀ ਸੀ, ਅਸੀਂ ਕਾਨਫਰੰਸ ਰੂਮ ਵਿੱਚ ਕਰ ਰਹੇ ਹਾਂ। ਗੁਰਦੁਆਰਾ ਕਮੇਟੀ ਦੀ ਹੁੰਦੀ ਹੈ। ਨਹੀਂ ਚਿੱਠੀ ਪਹਿਲੇ ਕੱਢੀ ਹੈ, ਅਸੀਂ ਕਾਨਫਰੰਸ ਰੂਮ ਵਿੱਚ ਰੱਖੀ ਹੈ। ਤੁਸੀਂ ਬਾਹਰ ਕਿਧਰ ਕਰ ਲਓ, ਆਬਜੈਕਸ਼ਨ ਥੋੜੀ ਹੈ। ਉਸੇ ਮੀਟਿੰਗ ਨੂੰ ਹੀ ਫਰਦਰ ਜਿਹੜੇ ਵਿੱਚ ਏਜੰਡਾ ਕੀਤਾ ਗਿਆ ਨਹੀਂ, ਉਸ ਮੀਟਿੰਗ ਦਾ ਏਜੰਡਾ ਨਹੀਂ ਅਸੀਂ ਪਹਿਲਾਂ ਇਦਾਂ ਕਰਦੇ ਹਾਂ, ਪਹਿਲਾਂ ਅਸੀਂ ਬੈਠ ਲਈਏ, ਫਿਰ ਆਪਾਂ ਫੈਸਲਾ ਕਰ ਲੈਂਦੇ ਕਿਹਨੇ ਬੈਠਾ ਕਿਹਨੇ ਨਹੀਂ। ਚਲੋ ਬੈਠ ਕੇ ਗੱਲ ਕਰ ਲਓ। ਨਹੀਂ ਇਦਾਂ ਨਹੀਂ, ਪਹਿਲਾਂ ਐਗਜ਼ੈਕਟਿਵ ਦੇ ਮੈਂਬਰ ਬੈਠਾਂਗੇ, ਆਪਾਂ ਕਰ ਲੈਂਦੇ ਫੈਸਲਾ ਕਿਹਨੇ ਹਾਂ, ਇਹ ਠੀਕ ਹੈ ਗੱਲ। ਪਹਿਲੇ ਬਾਕੀ ਐਗਜ਼ੈਕਟਿਵ ਮੈਂਬਰ ਬਾਕੀ ਬਾਅਦ ਚ। ਬਾਕੀ ਕੁਰਸੀ ਦੇ ਐਗਜ਼ੈਕਟਿਵ ਮੈਂਬਰ ਕਮੇਟੀ ਨੇ ਹੋਣਾ, ਇਹ ਠੀਕ ਹੈ ਗੱਲ। ਪਹਿਲੇ ਐਗਜ਼ੈਕਟਿਵ ਪਹਿਲਾਂ ਲੈ ਲਓ, ਬੇਸ ਹੈ ਐਗਜ਼ੈਕਟਿਵ ਮੈਂਬਰ ਜਗ੍ਹਾ ਦੋ ਕੌਣ ਰਹਿ ਗਿਆ। ਆਓ ਇੱਥੇ ਮੇਰੇ ਕੁਰਸੀ ਅੱਗੇ ਦੇ ਦੇ, ਅੱਗੇ ਦੇ ਨਾ ਇਹ ਐਗਜ਼ੈਕਟਿਵ ਮੈਂਬਰ ਜਿਹੜੇ ਐਮਪੀ ਦੇ ਨਹੀਂ ਹੈ ਚਲੇ ਜਾਣ, 2 ਦਿਨ ਵਿੱਚ ਬੁਲਾ ਲਾਂਗੇ ਤੁਹਾਨੂੰ। ਜਿਹਨੂੰ ਕਹਿਣਗੇ ਸਿੱਧਾ ਹੀ ਬੁਲਾ ਲੈਣਗੇ ਉਸ ਨੂੰ। ਨਹੀਂ, ਆਪਾਂ ਸਪੈਸ਼ਲ ਇਨਵਾਈਟੀ ਜੇ ਬੁਲਾਏ ਨੇ ਨਾ, ਆਪਾਂ ਐਗਜ਼ੈਕਟਿਵ ਦੇ ਮੈਂਬਰ ਬੈਠ ਕੇ ਕੋਈ ਦਿੱਕਤ ਨਹੀਂ ਹੈਗੀ। ਆਪਾਂ ਸਪੈਸ਼ਲ ਇਨਵਾਈਟੀ ਬੁਲਾਉਣੀ ਤਾਂ ਇੱਥੇ ਨਹੀਂ ਹੁੰਦਾ। ਇੱਕ ਸਪੈਸ਼ਲ ਮੀਟਿੰਗ ਸਾਰੇ ਬੈਠੇ ਇਹ ਤਾਂ ਨਹੀਂ ਹੁੰਦਾ, ਮੇਰੀ ਗੱਲ ਸਮਝੋ। ਇਹ ਤਾਂ ਆਪਾਂ ਨੂੰ ਕ੍ਰੀਏਟ ਕਰਨਾ ਚਾਹੀਦਾ ਕੋਈ ਨਹੀਂ। ਕੋਈ ਗੱਲ ਨਹੀਂ। ਇਹਦੇ ਕੋਈ ਕ੍ਰੀਏਟ ਵਾਲੀ ਗੱਲ ਹੈ ਬਾਦ ਸਾਹਿਬ ਬੈਠੇ ਨਹੀਂ, ਮੀਟਿੰਗ ਕਾਲ ਪਹਿਲਾਂ ਮੀਟ ਕੀਤੀ ਤੇ 1.5 ਸਾਲ ਤੋਂ ਤਾਂ ਮੀਟਿੰਗ ਸੱਦੀ ਨਹੀਂ, ਅਸੀਂ ਕਹਿ ਕੇ ਥੱਕ ਗਏ ਤੁਹਾਨੂੰ। ਅੱਜ ਤੁਸੀਂ ਕਹਿੰਦੇ ਮੈਂ ਸਪੈਸ਼ਲ ਇਨਵਾਈਟੀ ਵੀ ਬੁਲਾ ਲਏ ਆ। ਤੇ ਫਿਰ ਬਾੜ ਸਾਹਿਬ ਹੋਣ ਕੀ ਲੋੜ ਪੈ ਗਈ ਸੀ? ਹੁਣ ਕੋਈ ਗੱਲ ਨਹੀਂ, ਜੇ ਤੁਸੀਂ ਮੀਟਿੰਗ ਆਪਣੀ ਕਰਨੀ ਤੁਸੀਂ ਕਰੋ ਆਪਣੇ ਕਮਰੇ ਜਾ ਕੇ। ਇੱਥੇ ਪਹਿਲੇ ਮੀਟਿੰਗ ਰੱਖੀ ਹੋਈ ਹੈ ਐਗਜ਼ੈਕਟਿਵ ਦੀ, ਐਗਜ਼ੈਕਟਿਵ ਕਮਾਂਡ ਆਇਆ, ਪ੍ਰਧਾਨ ਨੇ ਕਾਲ ਕੀਤੀ ਮੀਟਿੰਗ। ਪ੍ਰਧਾਨ ਰੈਜ਼ੀਗਨੇਸ਼ਨ ਦੇ ਚੁੱਕੇ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਪ੍ਰਧਾਨ ਕੋਲ ਰਾਈਟ ਹੀ ਹੈ ਨਹੀਂ ਬੁਲਾਉਣ ਦਾ। ਰਿਜ਼ਾਈਨ ਤਾਂ ਤੁਸੀਂ ਆਪਣਾ ਦਿੱਤਾ ਸੀ। ਕਿਹੜਾ ਲਿਆਓ, ਮੇਰਾ ਰੱਖ ਦਿਓ ਜੇ ਇੱਥੇ, ਮੈਂ ਆਪਣਾ ਰਿਜ਼ਾਈਨ ਮੇਰਾ ਰੱਖ ਦਿਓ। ਕੋਈ ਗੱਲ ਨਹੀਂ। ਮੈਂ ਤਾਂ ਤੁਸੀਂ ਕਹਿ ਕੇ ਦਵਾਇਆ ਸੀਗਾ ਵੀ ਮੈਂ ਤਾਂ ਐਕਸੈਪਟ ਕਰਨਾ ਹੀ ਨਹੀਂ ਹੈ। ਮੈਂ ਸਾਰੇ ਮੀਡੀਆ ਦੇ ਸਾਹਮਣੇ ਕਹਿ ਰਿਹਾ, ਤੁਸੀਂ ਦਵਾਇਆ ਸੀਗਾ ਵੀ ਮੈਂ ਤਾਂ ਐਕਸੈਪਟ ਕਰਨਾ, ਇਹਨੂੰ ਫਾਰਮੈਲਿਟੀ ਕਰ ਦੇ। ਭਾਈ ਮੇਰੀ ਰਿਕੁਐਸਟ ਆਇਆ ਆਪਣੇ ਕੈਮਰੇ ਦੇ ਬਾਰੇ
ਤੁਸੀਂ ਵੇਟ ਕਰ ਲਓ, ਮੀਟਿੰਗ ਕਰਦੇ ਫਿਰ ਤੁਹਾਨੂੰ ਪਤਾ। ਮੀਟਿੰਗ ਹੋ ਜੀ ਉਸ ਤੋਂ ਬਾਅਦ ਆ ਜਾਣਾ ਯੂਆਈਡੀ ਇੱਥੇ ਬੁਲਾਏ ਗਏ ਨੇ, ਪਹਿਲੇ ਇਹਨਾਂ ਦੀ ਲੋੜ ਨਹੀਂ ਹੈ, ਸਿਰਫ ਐਗਜ਼ੈਕਟਿਵ ਦੇ ਮੈਂਬਰ ਬੈਠਣਗੇ, ਉਸ ਤੋਂ ਬਾਅਦ ਸਾਰੇ ਆਪਣੇ ਚਲੇ ਜਾਓ, ਉਸ ਤੋਂ ਬਾਅਦ ਇੱਥੇ ਸ਼ੁਰੂ ਕਰਾਂਗੇ ਅਸੀਂ ਕੰਮ। ਮੈਨੇਜਮੈਂਟ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ ਇਸ ਹਾਲ 'ਚ ਬੁਲਾਈ ਗਈ ਸੀ। ਜਦੋਂ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਔਰ ਬਾਕੀ ਆਫਿਸ ਵੀਰਾਂ ਨੂੰ ਦੱਸਿਆ ਕਿ ਡਾਇਰੈਕਟਰ ਗੁਰਦੁਆਰਾ ਵੱਲੋਂ ਨੂੰ ਅਸੀਂ ਪੁੱਛਿਆ ਸੀ ਕਿ ਮੈਂ ਜਿਹੜਾ ਰਿਜ਼ਾਈਨ ਕੀਤਾ ਹੈ ਉਹਦਾ ਮੈਂ ਕੀ ਕਰ ਸਕਦਾ, ਐਕਸੈਪਟ ਹੋ ਸਕਦਾ ਹੈ ਜਗਦੀਪ ਸਿੰਘ ਕਾਲੋ ਜੀ ਦੇ ਮਾਰਫਤ ਤੋਂ, ਤੇ ਗੁਰਦੁਆਰਾ ਡਾਇਰੈਕਟਰ ਤੋਂ ਜਵਾਬ ਆਇਆ ਕਿ ਰਿਜ਼ਾਈਨ ਜਿਹੜਾ ਹੈ ਉਹ ਐਕਸੈਪਟ ਨਹੀਂ ਹੋ ਸਕਦਾ, ਇਹਦੀ ਪਾਵਰ ਕੇਵਲ ਜਨਰਲ ਹਾਊਸ ਕੋਲ ਆ, ਕਮੇਟੀ ਕੋਲ ਆ। ਦੂਜੀ ਗੱਲ ਪੁੱਛੀ ਗਈ ਕਿ ਕਿਆ ਇਹ ਪਾਵਰ ਨੂੰ ਅਸੀਂ ਡੈਲੀਗੇਟ ਕਰਕੇ ਦੇ ਸਕਦੇ ਹਾਂ ਕਿਸੇ ਨੂੰ, ਉਹਦੇ 'ਚ ਉਹਨੇ ਕਿਹਾ ਕਿ ਨਹੀਂ, ਰੂਲ ਦੇ ਤਹਿਤ, ਐਕਟ ਦੇ ਪ੍ਰੋਵੀਜ਼ਨ ਤਹਿਤ ਜਦੋਂ ਤੱਕ ਜਨਰਲ ਹਾਊਸ ਕਿਸੇ ਨੂੰ ਪਾਵਰ ਨਹੀਂ ਦਿੰਦਾ ਜਾਂ ਜਿਹੜਾ ਆਦਮੀ ਪ੍ਰੈਜ਼ੀਡੈਂਟ ਬੈਠਾ ਹੈ ਜਾਂ ਆਫਿਸ ਵਿੱਚ ਬੈਠਾ ਉਹ ਆਪ ਆਪਣੀ ਕੁਰਸੀ ਨਹੀਂ ਛੱਡਦਾ, ਨਵਾਂ ਬੰਦਾ ਇਲੈਕਟ ਨਹੀਂ ਹੁੰਦਾ, ਉਦੋਂ ਤੱਕ ਕਿਸੇ ਨੂੰ ਵੀ ਕੋਈ ਪਾਵਰ ਨਹੀਂ ਦਿੱਤੀ ਜਾ ਸਕਦੀ। ਤੀਜੀ ਗੱਲ ਪੁੱਛੀ ਸੀਗੀ ਕਿ ਕਿਆ ਐਗਜ਼ੈਕਟਿਵ ਬੁਲਾਈ ਜਾ ਸਕਦੀ ਹੈ, ਉਹਨਾਂ ਨੇ ਕਿਹਾ ਇਹਦੀ ਟਰਨਿਓਰ ਖਤਮ ਹੋ ਚੁੱਕੀ ਆ, ਅਗਲੀ ਫਾਈਲ ਐਲਜੀ ਸਾਹਿਬ ਕੋਲ ਪੈਂਡਿੰਗ ਆ, ਉਦੋਂ ਤੱਕ ਅਗਰ ਕੋਈ ਵੀ ਤੁਸੀਂ ਇੱਥੇ ਕਾਰਵਾਈ ਕਰਦੇ ਜੋ ਸਵਾਲਾਂ ਦੇ ਘੇਰੇ 'ਚ ਆਊਗੀ। ਸੋ ਅੱਜ ਅਸੀਂ ਜਿਹਨਾਂ ਨੂੰ ਜਾਣਕਾਰੀ ਦਿੱਤੀ ਉਹ ਐਗਜ਼ੈਕਟਿਵ ਦਾ ਕਮਰਾ ਛੱਡ ਕੇ ਆਪਣੇ ਦਫ਼ਤਰ ਚਲੇ ਗਏ, ਕਹਿੰਦੇ ਇਹ ਤਾਂ ਵੱਖਰੀ ਕਮੇਟੀ ਮੀਟਿੰਗ ਹੈ, ਜੋ ਮਰਜ਼ੀ ਕਰੋ। ਆਪਣੀ ਕਮੇਟੀ 'ਚ ਕਹਿੰਦੇ ਜੀ ਅਸੀਂ ਫਲਾਣੇ ਨੂੰ ਹੁਣ ਬਣਾਤਾ ਪ੍ਰਧਾਨ, ਅਸੀਂ ਨੂੰ ਚਾਰਜ ਦੇ ਦਿੱਤਾ, ਦਿਓ ਉਹਨੂੰ ਪ੍ਰਧਾਨ ਮੰਤਰੀ ਦਾ ਚਾਰਜ ਦਿਓ। ਕਿਹਨੇ ਮਨਾ ਕੀਤਾ ਹੈ? ਤੁਸੀਂ ਪ੍ਰਧਾਨ ਮੰਤਰੀ ਦਾ, ਰਾਸ਼ਟਰਪਤੀ ਦਾ ਚਾਰਜ ਵੀ ਦੇ ਦਿਓ, ਮਰਜ਼ੀ ਨਾਲ ਜਿਹਨੂੰ ਮਰਜ਼ੀ ਦੇ ਚੱਲੋ। ਜਿਹੜੇ ਕਾਨੂੰਨ ਦੀ ਗੱਲ ਆ ਉਹਦੇ ਦਾਇਰੇ ਦੇ ਅੰਦਰ, ਉਹਦੇ ਅੰਦਰ ਬੜਾ ਕਲੀਅਰ ਆ ਕਿ ਭਾਈ ਇਹ ਕਾਨੂੰਨ ਦੇ ਦਾਇਰੇ ਨਾਲ ਚੱਲਣਾ ਕਮੇਟੀ, ਇਹ ਐਕਟ ਦੇ ਪ੍ਰੋਵੀਜ਼ਨ ਨਾਲ ਚੱਲਣੀ ਆ। ਜਿਹੜੇ ਬੈਂਕ ਨੇ, ਜਿਹੜੇ ਇੰਸਟੀਟਿਊਸ਼ਨਸ ਨੇ, ਜਿਹੜੀ ਸਰਕਾਰ ਆ, ਉਹਨਾਂ ਐਕਟ ਨੂੰ ਮੰਨਣਾ ਹੈ। ਔਰ ਨਵਾਂ ਪਿਆਰ ਤੁਹਾਡਾ ਅਗਰ ਆਮ ਆਦਮੀ ਪਾਰਟੀ ਨਾਲ ਪੈ ਗਿਆ ਤੇ ਤੁਸੀਂ ਉਹਨੂੰ ਲਿਆਉਣਾ ਚਾਹੁੰਦੇ ਜੇ ਆਪਣੀ ਪੰਜਾਬ ਦੀ ਮਜਬੂਰੀ ਕਰਕੇ, ਇਹਦੇ ਕਰਕੇ ਨਹੀਂ ਉਹਨਾਂ ਨੇ ਮੰਨ ਲੈਣਾ। ਇਸ ਕਰਕੇ ਮੈਂ ਤਾਂ ਕਹਿੰਦਾ ਸਰਦਾਰ ਹਰਮੀਤ ਸਿੰਘ ਕਾਲਕਾ ਜਿਨ੍ਹਾਂ ਨਾਲ ਪਿਆਰ ਪਿਆ ਉਹਨਾਂ ਨੂੰ ਕਮੇਟੀ ਦਾ ਪ੍ਰਧਾਨ ਅਗਲਾ ਵੀ ਬਣਾ ਦਿਓ, ਜਨਰਲ ਸਕੱਤਰ ਵੀ ਨਾਲ ਹੀ ਬਣਾ ਦਿਓ, ਜੋ ਮਰਜ਼ੀ ਅਨਾਉਂਸ ਕਰ ਦਿਓ, ਕਿਉਂਕਿ ਤੁਹਾਡੇ ਅਨਾਉਂਸਮੈਂਟ ਅਗਰ ਬਣਦਾ ਹੋਵੇ ਤੇ ਫਿਰ ਤੇ ਮੈਂਬਰਾਂ ਦੀ ਔਰ ਦਿੱਲੀ ਕਮੇਟੀ ਦੇ ਉਹਦੇ ਪਬਲਿਕ ਦੀ ਲੋੜ ਹੀ ਨਾ ਪਵੇ। ਨਹੀਂ, ਉਹਨਾਂ ਦੀ ਵਾਈਫ ਖੁਦ ਦੀ ਕਾਉਂਸਲਰ ਆ, ਉਹਨਾਂ ਦੀ ਵਾਈਫ ਖੁਦ ਦੀ ਕਾਉਂਸਲਰ ਆ। ਜਿਹੜੇ ਬੈਠੇ ਪਰਮਜੀਤ ਸਿੰਘ ਰਾਣਾ ਉਹ ਵੀ ਕਾਉਂਸਲਰ ਨੇ, ਉਹ ਕਹਿ ਦੇਣਾ ਬੀਜੇਪੀ ਚੋਂ ਨਹੀਂ ਹੈਗੇ। ਜਿਹੜੇ ਲੋਕ ਪੱਪੂ ਜੀ ਬੈਠਾ ਉਹ ਵੀ ਕਾਉਂਸਲਰ ਨੇ, ਕਹਿ ਦੇਣ ਨਹੀਂ ਹੈਗੇ। ਜੇ ਅਸੀਂ ਅਕਾਲੀ ਦਲ ਦੇ ਨਾਲ ਆ ਤੇ ਅਸੀਂ ਬੜੇ ਚੰਗੇ ਆ, ਜੇ ਬੀਜੇਪੀ ਟਿਕਟਾਂ ਤੇ ਲੜਦੇ ਆ ਫਿਰ ਕੋਈ ਗੱਲ ਨਹੀਂ, ਤੇ ਜੇ ਅਸੀਂ ਅੱਜ ਅਕਾਲੀ ਦਲ ਦੇ ਨਾਲ ਨਹੀਂ ਤੇ ਪੰਥ ਨੂੰ ਖਤਰਾ ਹੋ ਗਿਆ। ਪੰਥ ਨੂੰ ਖਤਰਾ ਵੀ ਬੜੀ ਛੇਤੀ ਪੈ ਜਾਂਦਾ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਗਜ਼ੈਕਟਿਵ ਦੇ ਬੋਰਡ ਦੀ ਇੱਕ ਮੀਟਿੰਗ ਬੁਲਾਉਣ ਦੀ ਪਰਸੋਂ ਚਿੱਠੀ ਕੱਢੀ ਗਈ ਔਰ ਉਸ ਦੀ ਅੱਜ ਮੀਟਿੰਗ ਵਾਸਤੇ ਅਸੀਂ ਇੱਥੇ ਇਕੱਠੇ ਹੋਏ। ਜਦੋਂ ਇੱਥੇ ਮੀਟਿੰਗ ਕਰਨ ਲੱਗੇ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਇੱਥੋਂ ਉੱਠ ਕੇ ਚਲੇ ਗਏ। ਉਹਨਾਂ ਇਸ ਮੀਟਿੰਗ 'ਚ ਪਾਰਟਿਸਿਪੇਟ ਕਰਨ ਨੂੰ ਮਨਾ ਕਰ ਦਿੱਤਾ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਡਾਇਰੈਕਟਰ ਗੁਰਦੁਆਰਾ ਇਲੈਕਸ਼ਨਸ ਵੱਲੋਂ ਇਹ ਕਲੈਰੀਫਿਕੇਸ਼ਨ ਆਈ ਆ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹੁੰਦਾ। ਅਸੀਂ ਉਹਨੂੰ ਦੱਸਿਆ ਕਿ ਉਹਨਾਂ ਦੀ ਕਲੈਰੀਫਿਕੇਸ਼ਨ ਨਾਲ ਕਿਹਾ ਹੈ, ਸਿੰਸ ਦੀ ਰੈਜ਼ਿਗਨੇਸ਼ਨ ਸਟੈਂਡਸ ਵਿਡਰਾਨ देयर इज़ नो क्वेश्चन ऑफ इट बीइंग एक्सेप्टेड एट दिस स्टेज, क्योंकि रैजिग्नेशन ਜਿਹੜਾ ਹੈ ਉਹ ਜਨਰਲ ਹਾਊਸ ਹੀ ਐਕਸੈਪਟ ਕਰ ਸਕਦਾ ਹੈ। ਇਸ ਕਰਕੇ ਇਹ ਵਿਡਰਾ ਕੀਤਾ ਗਿਆ ਹੈ ਔਰ ਇਹ ਐਕਸੈਪਟਡ ਇਸ ਸਟੇਜ ਤੇ ਨਹੀਂ ਹੋ ਸਕਦਾ ਜਨਰਲ ਹਾਊਸ ਵੱਲੋਂ ਵੀ। ਐਗਜ਼ੈਕਟਿਵ ਦੀ ਤਾਂ ਗੱਲ ਛੱਡੋ। ਦੂਜੀ ਗੱਲ 'ਚ ਲਿਖਿਆ ਗਿਆ ਇਟ ਇਜ਼ ਦ ਕਮੇਟੀ, ਕਮੇਟੀ ਮਤਲਬ ਜਨਰਲ ਹਾਊਸ, which has a power to remove an office bearer as laid in the section 13(2) and 13(3). Logically, once the incumbent office bearer is removed, ਜਿਹੜਾ incumbent ਜਿਹੜਾ outgoing ਆ ਉਹਨੂੰ remove ਕੀਤਾ ਜਾਵੇ, the process of electing, nominating as a new office bearer should start। ਜਦੋਂ ਤੱਕ ਜਿਹੜਾ ਬੈਠਾ ਹੈ ਜਦੋਂ ਤੱਕ ਉਹਨੂੰ ਰਿਮੂਵ ਨਾ ਕੀਤਾ ਜਾਵੇ ਜਾਂ ਉਹਨੂੰ ਕਰ ਦਿੱਤਾ ਜਾਵੇ ਉਦੋਂ ਬਾਅਦ ਹੀ ਅਗਲਾ ਪ੍ਰੋਸੈਸ ਸਟਾਰਟ ਹੋ ਸਕਦਾ ਹੈ, ਕਿਉਂਕਿ ਮੈਨੂੰ ਰਿਮੂਵ ਨਹੀਂ ਕੀਤਾ ਗਿਆ ਜਨਰਲ ਹਾਊਸ ਵੱਲੋਂ। ਦੂਜੀ ਗੱਲ ਲਾਸਟ ਕਿਹਾ ਉਹਨਾਂ ਕਿਹਾ ਜਿਹੜੀ ਟਰਮ ਐਗਜ਼ੈਕਟਿਵ ਬੋਰਡ ਦੀ ਇਹ 29/9 ਨੂੰ ਖਤਮ ਹੋ ਚੁੱਕੀ ਆ। ਫਰਦਰ ਵਾਸਤੇ ਟੂ ਦੀ ਫਰਦਰ extension is already under submission to the honorable LG. In the absence of the required extension, ਜਦੋਂ ਤੱਕ extension ਨਹੀਂ ਮਿਲਦੀ, the validity of the action of executive board at this stage may be liable to be called in question। ਅਗਰ ਤੁਸੀਂ ਹੋਰ ਵੀ ਇਹਨਾਂ ਫੈਸਲਿਆਂ ਤੋਂ ਇਲਾਵਾ ਪ੍ਰਧਾਨ ਨੂੰ ਹਟਾਉਣਾ, ਪ੍ਰਧਾਨ ਦੀ ਪਾਵਰ ਨੂੰ ਦੇਣ ਦੇ ਇਲਾਵਾ ਵੀ ਕੋਈ ਫੈਸਲਾ ਲੈਂਦੇ ਜੇ, ਉਹ ਵੀ ਸਵਾਲਾਂ ਦੇ ਘੇਰੇ 'ਚ ਆ। ਅਸੀਂ ਉਹ ਫਿਰ ਦੁਬਾਰਾ ਉਹਨੂੰ ਪੁੱਛਿਆ ਵੀ ਇਹ ਕਲੈਰਿਟੀ ਦੇ ਦਿਓ ਕਿ ਜਿਹੜਾ
ਪਾਵਰ ਕਿਸੇ ਨੂੰ ਡੈਲੀਗੇਟ ਕੀਤੀ ਜਾ ਸਕਦੀ ਆ, ਇਹਦੇ ਅੰਦਰ ਵੀ ਕੋਰਟ ਦਾ ਆਰਡਰ ਆ ਕਿ ਕਿਸੇ ਨੂੰ ਪਾਵਰ ਡੈਲੀਗੇਟ ਨਹੀਂ ਕੀਤੀ ਜਾ ਸਕਦੀ, ਪਰ ਉਹਨਾਂ ਨੇ ਫਰਦਰ ਕਲੈਰੀਫਿਕੇਸ਼ਨ ਹੁਣੇ ਭੇਜੀ ਆ। ਉਹਨੇ ਕਿਹਾ ਵਿਦ ਰੈਫਰੈਂਸ ਟੂ ਯੂਰ ਮੇਲ ਡੇਟਡ ਸੋ ਐਂਡ ਸੋ ਟੂ ਪ੍ਰੋਵਾਈਡ ਦੀ ਫਰਦਰ ਕਲੈਰੀਫਿਕੇਸ਼ਨ ਔਨ ਦੀ ਪੁਆਇੰਟ ਨੰਬਰ 2 ਇਨ ਦਿਸ ਰਿਗਾਰਡ। ਇਸ ਰਿਗਾਰਡ 'ਚ ਅਸੀਂ ਰੀਟਰੇਟ ਕਰਦੇ ਦੁਬਾਰਾ ਕਹਿਣਾ ਚਾਹੁੰਦੇ ਆ, ਐਜ਼ ਪਰ ਦੀ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਸੈਕਸ਼ਨ 17(2) ਐਨ ਆਫਿਸ ਬੀਅਰਰ ਔਰ ਐਨੀ ਅਦਰ ਮੈਂਬਰ, ਆਫਿਸ ਬੀਅਰਰ ਵੀ ਜਾਂ ਹੋਰ ਵੀ ਕਿਸੇ ਮੈਂਬਰ ਦੀ ਪਾਵਰ ਔਰ ਅਦਰ ਮੈਂਬਰ ਐਗਜ਼ੈਕਟਿਵ ਬੋਰਡ ਦੀ ਪਾਵਰ may be removed by the resolution of committee। ਜਿਹੜੀ ਕਮੇਟੀ ਆ, ਜਿਹੜਾ ਜਰਨਲ ਹਾਊਸ ਆ, ਉਹਦੇ ਰੈਜ਼ੋਲੂਸ਼ਨ ਨਾਲ ਹੀ ਕੀਤੀ ਜਾ ਸਕਦੀ ਆ, ਐਂਡ ਉਹ ਵੀ ਉਦੋਂ ਜਦੋਂ ਪਾਸਡ ਬਾਏ 3/4 ਮੈਜੋਰਟੀ ਆਫ ਦੀ ਟੋਟਲ ਨੰਬਰ, 3/4 ਟੋਟਲ ਨੰਬਰ ਆਫ ਮੈਂਬਰ ਹੋਣ ਤਾਂ ਉਸ ਦੀ ਅਥਾਰਟੀ ਨੂੰ ਛੇੜਿਆ ਜਾ ਸਕਦਾ। ਮੈਨੂੰ ਬੜੀ ਖੁਸ਼ੀ ਆ ਕਿ ਨਵੇਂ ਜਿਹੜੇ ਦੋਸਤ ਬਣੇ ਨੇ ਸਰਦਾਰ ਰਮੀਤ ਸਿੰਘ ਕਾਲਕਾ ਜੀ ਦੇ, ਜਿਨ੍ਹਾਂ ਨੂੰ ਰੋਜ਼ ਗਾਲਾਂ ਕੱਢਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਵਾਈਸ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰ ਦਿੱਤਾ ਹੈ, ਅੱਜ ਨੂੰ ਕਹਿ ਰਹੇ ਨਹੀਂ ਇਹਨੇ ਰਿਜ਼ਾਈਨ ਨਹੀਂ ਕੀਤਾ, ਸਾਡੇ ਨਾਲ ਰੱਖੋ ਬਾਈ। ਜਿਨ੍ਹਾਂ ਨੂੰ ਕੱਲ ਤੱਕ ਪਾਰਟੀਆਂ ਦੇ ਨੁਮਾਇੰਦੇ ਦੱਸਦੇ ਸੀ, ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਉਹਨਾਂ ਪਾਰਟੀਆਂ ਦੀ ਗੱਲ ਹੋਵੇ ਤੇ ਠੀਕ ਆ, ਅੱਜ ਉਹਨਾਂ ਨੂੰ ਜੱਫੀਆਂ ਪਾਉਣ ਲੱਗ ਪਏ, ਪਾਓ ਜੀ। ਪਰ ਮੈਂ ਸਾਰਿਆਂ ਨੂੰ ਇਹ ਸਫਾਈ ਔਰ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ, ਡਾਇਰੈਕਟਰ ਗੁਰਦੁਆਰਾ ਨੇ ਵੀ ਬੜਾ ਕਲੈਰੀਫਾਈ ਕੀਤਾ ਹੈ, ਨਾ ਮੈਂ ਕੋਈ ਅਗਲੀ ਇਲੈਕਸ਼ਨ ਲੜਨੀ ਆ, ਨਾ ਮੇਰੀ ਦੁਬਾਰਾ ਕੋਈ ਪ੍ਰਧਾਨ ਬਣਨ ਦੀ ਇੱਛਾ, ਨਾ ਮੈਂ ਮੈਂਬਰ ਬਣਨ ਦੀ ਇੱਛਾ, ਕਿਉਂਕਿ ਮੈਂ ਖੁਦ ਹੀ ਇਹ ਰਿਟਨ 'ਚ ਲਿਖ ਕੇ ਦੇ ਦਿੱਤਾ ਕਿ ਮੈਂ ਮੈਂਬਰ ਵੀ ਆਪਣਾ ਵਿਡਰਾ ਕਰਨਾ ਨਹੀਂ ਬਣਨਾ। ਪਰ ਜਿਹੜੀ 20 ਤਰੀਕ ਤੱਕ ਦੀ, ਜਨਵਰੀ ਤੱਕ ਦੀ ਟਰਮ ਆ, ਐਸ ਪਰ ਦੀ ਗੁਰਦੁਆਰਾ ਐਕਟ ਔਰ ਐਸ ਪਰ ਦੀ ਡਾਇਰੈਕਟਰ ਨੇ ਜੋ ਫਰਦਰ ਕਲੈਰੀਫਿਕੇਸ਼ਨ ਉਸ ਨੂੰ ਪੁੱਛਿਆ ਸੀਗਾ, ਭਾਈ ਅਸੀਂ ਰਿਜ਼ਾਈਨ ਕਰ ਸਕਦੇ ਹਾਂ, ਸਰਦਾਰ ਜਗਦੀਪ ਸਿੰਘ ਕਾਲੂ ਸਾਹਿਬ ਨੇ ਪੁੱਛਿਆ ਵੀ ਇਹਦੇ 'ਚ ਕੀ ਕਰ ਸਕਦੇ ਅਸੀਂ, ਉਹਨਾਂ ਨੇ ਅੱਜ ਕਲੈਰੀਫਾਈ ਕੀਤਾ ਕਿ ਇਹਦੇ ਅੰਦਰ ਅਜੇ ਕੁਝ ਨਹੀਂ ਕੀਤਾ ਜਾ ਸਕਦਾ। ਬੜਾ ਕਲੀਅਰ ਆ, ਕਿਉਂਕਿ ਜਰਨਲ ਹਾਊਸ ਦੀ ਐਬਸੈਂਸ ਅੰਦਰ ਜਰਨਲ ਹਾਊਸ ਹੀ 2/3 ਲੋਕ ਹੀ ਪ੍ਰਧਾਨ ਨੂੰ ਰਿਸੀਵ ਐਕਸੈਪਟ ਕਰ ਸਕਦੇ ਨੇ, ਔਰ ਉਹਦੀ ਪਾਵਰ ਤਾਂ ਹੀ ਡੈਲੀਗੇਟ ਹੋਊਗੀ ਜੋ ਬੰਦਾ ਉੱਥੇ ਮੌਜੂਦ ਨਹੀਂ ਹੋਊਗਾ। ਸੋ ਮੈਂ ਸਮਝਦਾ ਕਿ ਅੱਜ ਜਿਹੜਾ ਇਹ ਕੇਵਲ ਮਾਹੌਲ ਬਣਾਉਣ ਵਾਸਤੇ, ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਕਿ ਦਿੱਲੀ ਕਮੇਟੀ ਉਹਨਾਂ ਦੁਬਾਰਾ ਕਮੇਟੀ ਉਹਨਾਂ ਦੀ ਬਣਨੀ ਨਹੀਂ, ਉਹ ਹਾਸ਼ੀਏ 'ਤੇ ਆਏ, ਹਤਾਸ਼ ਹੋ ਕੇ ਸਾਰੇ ਮਿਲ ਕੇ ਅੱਜ ਇਹ ਕੋਸ਼ਿਸ਼ਾਂ ਕਰਦੇ ਪਏ ਨੇ। ਮੈਂ ਪਰ ਉਹਨਾਂ ਨੂੰ ਵਧਾਈ ਦਿੰਦਾ, ਕੋਸ਼ਿਸ਼ ਵਧਾਈ ਹਰੇਕ ਨੂੰ ਆਪਣਾ ਕਰਨਾ ਚਾਹੀਦਾ, ਪਰ ਦਿੱਲੀ ਦੇ ਸਿੱਖਾਂ ਦੀ ਜਿਹੜੀ ਕਮੇਟੀ ਆ, ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਦਿੱਲੀ ਦੇ ਸਿੱਖਾਂ ਦੀ ਕਮੇਟੀ ਬਣੀ, ਇਹਦੇ ਵਾਸਤੇ ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਕੋਸ਼ਿਸ਼ ਕੀਤੀ ਆ। ਸੋ ਮੈਂ ਦੁਬਾਰਾ ਤੋਂ ਕਲੈਰੀਫਾਈ ਕਰਦਾ, ਕਿਉਂਕਿ ਕੱਲ ਵੀ ਮੀਡੀਆ 'ਚ ਗੱਲਾਂ ਕਹੀਆਂ ਗਿਆ ਕਿ 1 ਤਰੀਕ ਤੋਂ ਲੈ ਕੇ ਹੁਣ ਤੱਕ ਵੀ ਮੈਂ ਹੀ ਪ੍ਰਧਾਨ ਹਾਂ, ਜਦੋਂ ਮੈਂ ਰਿਜ਼ਾਈਨ ਕਰਤਾ ਮੇਰਾ ਰਿਜ਼ਾਈਨ ਐਕਸੈਪਟ ਨਹੀਂ ਹੋ ਸਕਦਾ ਸੀ, ਕਿਉਂਕਿ ਜਰਨਲ ਹਾਊਸ ਨਹੀਂ ਸੀ। ਇਹਨਾਂ ਸਾਰੀਆਂ ਟੈਕਨੀਕਲ ਪ੍ਰੋਬਲਮਸ ਨੂੰ ਖਤਮ ਕਰਨ ਵਾਸਤੇ, ਬੈਂਕਾਂ ਨੂੰ ਜਾਣਕਾਰੀ ਦੇਣ ਵਾਸਤੇ, ਸਰਕਾਰਾਂ ਨੂੰ ਜਾਣਕਾਰੀ ਦੇਣ ਵਾਸਤੇ ਮੈਂ ਆਪਣਾ ਰੈਜ਼ਿਗਨੇਸ਼ਨ ਵਿਡਰਾਲ ਤਾਂ ਲਿਖ ਕੇ ਭੇਜਿਆ ਸੀ ਕਿ ਟੈਕਨੀਕਲੀ ਮੈਂ ਹੀ ਹੁਣ ਤੋਂ ਹੀ ਪ੍ਰਧਾਨ ਹਾਂ, ਇਸ ਕਰਕੇ ਮੈਂ ਕਲੈਰੀਫਿਕੇਸ਼ਨ ਦੇ ਰਿਹਾ। ਔਰ ਅੱਜ ਡਾਇਰੈਕਟਰ ਨੂੰ ਅਸੀਂ ਪੁੱਛਿਆ ਸੀ ਕਿ ਕਿਆ ਰਿਜ਼ਾਈਨ ਐਕਸੈਪਟ ਹੋ ਸਕਦਾ, ਉਹਨੇ ਮਨਾ ਕਰ ਦਿੱਤਾ, ਨਾ ਰਿਜ਼ਾਈਨ ਐਕਸੈਪਟ ਹੋ ਸਕਦਾ ਹੈ ਔਰ ਨਾ ਹੀ ਪਾਵਰ ਡੈਲੀਗੇਟ ਕੀਤੀ ਜਾ ਸਕਦੀ ਹੈ। ਸੋ 5 ਤਰੀਕ ਨੂੰ ਮੈਂਬਰ ਐਗਜ਼ੈਕਟਿਵ ਦੀ ਮੈਂਬਰ ਦੀ ਮੀਟਿੰਗ ਆ, ਨੋਮੀਨੇਸ਼ਨ ਦੀ ਇੱਕ, ਔਰ ਉਸ ਤੋਂ ਬਾਅਦ ਕੋਆਪਸ਼ਨ ਤੋਂ ਬਾਅਦ ਅਗਲੇ 15 ਦਿਨਾਂ ਬਾਅਦ 20 ਤਰੀਕ ਨੂੰ ਇਹ ਹਾਊਸ ਬਣੂਗਾ। ਸੋ ਉਦੋਂ ਤੱਕ ਲਈ ਜਿਹੜਾ ਕਾਰੋਬਾਰ ਮੈਂ ਸੰਭਾਲਦਾ ਪਿਆ ਇਸੇ ਤਰੀਕੇ ਸੰਭਾਲੂੰਗਾ। ਹੋਰ ਕੋਈ ਤੁਹਾਡਾ? ਨਹੀਂ, ਮੈਂ ਹੀ ਸੰਭਾਲ ਰਿਹਾ, ਤੁਹਾਨੂੰ ਗਲਤ ਕਹਿਤਾ ਕਿਸੇ ਨੇ? ਨਹੀਂ, ਇੱਕ ਮਿੰਟ ਠਹਿਰੋ, ਮੈਂ ਤੁਹਾਨੂੰ ਇਹ ਕਲੀਅਰ ਜਗਤਾਰ ਜੀ ਕਹਿ ਰਿਹਾ ਹਾਂ, ਤੁਸੀਂ ਲੇਟ ਆਏ ਜੀ। ਜਗਤਾਰ ਜੀ 1 ਤਰੀਕ ਤੋਂ ਲੈ ਕੇ 31 ਤੱਕ ਮੈਂ ਹੀ ਸੰਭਾਲਦਾ ਆ ਰਿਹਾ ਹਾਂ, ਮੈਂ ਉਹੀ ਗੱਲ ਅੱਗੇ ਕਰਦਾ ਪਿਆ। ਫਿਰ ਵੀ ਮੈਂ ਪੁੱਛਿਆ, ਕਿਉਂਕਿ ਮੇਰੀ ਇੱਛਾ ਨਹੀਂ ਸੀਗੀ, ਮੈਂ ਪੁੱਛਿਆ ਡਾਇਰੈਕਟਰ ਤੋਂ ਕਿ ਕਿਆ ਮੇਰਾ ਰਿਜ਼ਾਈਨ ਨੂੰ ਐਕਸੈਪਟ ਕੀਤਾ ਜਾ ਸਕਦਾ, ਕਿਆ ਕੋਈ, ਉਹਨਾਂ ਨੇ ਦੱਸਿਆ ਕਿ ਇਨ ਐਬਸੈਂਸ ਜਰਨਲ ਹਾਊਸ ਜਿਹੜਾ ਇਹ 2/3 ਮੈਜੋਰਟੀ ਹੀ ਐਕਸੈਪਟ ਕਰ ਸਕਦੀ ਆ, ਇਹਦੇ ਇਲਾਵਾ ਐਕਸੈਪਟ ਨਹੀਂ ਹੋ ਸਕਦਾ। ਮੈਂ ਮੀਟਿੰਗ ਦੀ ਪੁੱਛਿਆ, ਕਿਉਂਕਿ ਮੈਂ ਵੀ ਕਾਲ ਕੀਤੀ ਸੀਗੀ, ਮੈਂ ਉਹਦੇ 'ਤੇ ਵੀ ਕਲੈਰੀਫਿਕੇਸ਼ਨ ਮੰਗੀ। ਉਹਨਾਂ ਨੇ ਕਿਹਾ ਕਿਉਂਕਿ ਇਨ ਦੀ ਐਬਸੈਂਸ, ਕਿਉਂਕਿ ਕਮੇਟੀ ਦੀ ਐਕਸਟੈਂਸ਼ਨ ਜਿਹੜੀ ਅਜੇ ਤੱਕ ਹੋਈ ਨਹੀਂ ਹੈਗੀ, ਇੱਕ ਕੁਐਸਚਨ ਉਹਦੇ ਘੇਰੇ 'ਚ ਹੋਊਗੀ ਜੇ ਤੁਸੀਂ ਹੋਰ ਵੀ ਕੋਈ ਫੈਸਲਾ ਕਰਦੇ ਇਹਦੇ ਇਲਾਵਾ ਵੀ। ਨਹੀਂ, ਮੈਂ ਤੇ ਇਸ ਕਰਕੇ ਕੱਢੀ ਸੀ ਕਿਉਂਕਿ ਉਹਨਾਂ ਨੇ ਮੀਟਿੰਗ ਬੁਲਾਈ ਸੀ। ਮੈਂ ਕਿਹਾ ਠੀਕ ਹੈ, ਟੀਚਰਾਂ ਤਨਖਾਹ ਵਗੈਰਾ ਮਿਲ ਜਾਣ ਤਾਂ ਅੱਛੀ ਗੱਲ ਹੈ, ਮੈਂ ਤਾਂ ਉਹਨਾਂ ਦੀ ਸਪੋਰਟ 'ਚ ਹੀ ਹਾਂ, ਮੈਂ ਤਾਂ ਕੋਈ ਮਨਾ ਹੀ ਨਹੀਂ ਕਰ ਰਿਹਾ। ਨਹੀਂ, ਮੈਂ ਤਾਂ ਇਹ ਅਮੈਂਡ ਕੀਤਾ ਸੀ ਕਿਉਂਕਿ ਮੈਂ, ਉਹਨਾਂ ਨੇ ਕਿਹਾ ਸੀ ਕਿ ਰਿਜ਼ਾਈਨ ਨੂੰ ਡਿਸਕਸ ਕਰਨ ਵਾਸਤੇ ਉਹਨਾਂ ਨੇ ਇਹ ਲਿਖਿਆ ਸੀ, ਹਾਂ। ਪਰ ਮੈਂ ਡਾਇਰੈਕਟਰ ਤੋਂ ਕਲੈਰੀਫਿਕੇਸ਼ਨ ਲਈ ਸੀ, ਉਹ 'ਚ ਕਲੀਅਰ ਆਇਆ ਕਿ ਤੁਸੀਂ ਰਿਜ਼ਾਈਨ ਨਹੀਂ ਦੇ ਸਕਦੇ, ਨਾ ਹੀ ਐਕਸੈਪਟ ਹੋ ਸਕਦਾ। ਨਹੀਂ, ਉਹ ਕਰ ਦੇਣ ਮੇਰੀ ਮੀਟਿੰਗ ਰੱਦ, ਮੈਂ ਉਹਨੂੰ ਕੀ ਕਰ ਸਕਦਾ? ਮੇਰੇ ਇੱਕ ਮਿੰਟ ਗੱਲ ਸੁਣੋ, ਜੋ ਵੀ ਹੋਣਾ ਹੈ ਐਕਟ ਦੇ ਮੁਤਾਬਕ ਹੋਣਾ ਹੈ, ਕਾਨੂੰਨ ਦੇ ਮੁਤਾਬਕ ਹੋਣਾ ਹੈ। ਰੱਦ ਕਰ ਦੇਣ, ਨਾ ਰੱਦ ਕਰ ਦੇਣ, ਮੈਂ ਕੀ ਕਰ ਸਕਦਾ? ਜਿੰਨੀਆਂ ਮਰਜ਼ੀ ਰੱਦ ਕਰਨ। ਗੱਲ ਹੈ ਇਹ ਡਾਇਰੈਕਟਰ ਗੁਰਦੁਆਰਾ ਇਲੈਕਸ਼ਨਸ ਜਿਹੜਾ ਹੈ, ਇਹ ਸਾਡੇ ਐਕਟ ਨੂੰ ਦੇ ਮੁਤਾਬਕ ਇੱਥੇ ਸਭ ਕੁਝ ਹੋਣਾ ਹੈ। ਮੈਂ ਤੇ ਹੁਣ ਵੀ ਉਹਨਾਂ ਨੂੰ ਪੁੱਛਿਆ, ਮੈਂ ਤੇ ਉਹਨਾਂ ਨੂੰ ਕਹਿੰਦਾ ਇਹ ਜਨਰਲ ਹਾਊਸ ਵੀ ਬੁਲਾਉਣ, ਮੈਨੂੰ ਤਾਂ ਕੋਈ ਦਿੱਕਤ ਨਹੀਂ।
ਨਹੀਂ ਮੈਂ ਉਹਨੂੰ ਰਿਕੁਐਸਟ ਕੀਤੀ ਸੀ ਮੈਂ ਉਹਨਾਂ ਨੇ ਕਿਹਾ ਸੀਗਾ ਤੁਸੀਂ ਇੱਥੇ ਆਏ ਜੇ ਇੱਥੇ ਬੈਠੋ ਕੋਈ ਨਾ ਆਪਾਂ ਬਹਿ ਕੇ ਗੱਲ ਕਰਦੇ ਇਹ 'ਚ ਕੋਈ ਇਸ਼ੂ ਥੋੜਾ ਹੈਗਾ ਕੋਈ ਡਿਸਪਿਊਟ ਥੋੜਾ ਹੈਗਾ ਉਹ ਆਪ ਹੀ ਉੱਠ ਕੇ ਆਪਣੇ ਕਮਰੇ 'ਚ ਉੱਧਰ ਭੱਜ ਕੇ ਮੈਂ ਤਾਂ ਇੱਥੇ ਬੈਠਾ ਰਿਹਾ ਅਸੀਂ ਤਾਂ ਇੱਥੇ ਬੈਠੇ ਬਈ ਆ ਤਾਂ ਅਸੀਂ ਕਿਤੇ ਗਏ ਹੋਈਏ ਅਸੀਂ ਸਾਰੇ ਦੱਸ ਇੱਕ ਮਹੀਨੇ ਦਾ ਤੁਸੀਂ ਕਰ ਰਹੇ ਸੀਗੇ ਹਾਂਜੀ। ਕਿ ਇਹੋ ਜਿਹਾ ਕੀ ਕਾਰਨ ਰਿਹਾ ਕਿ ਇਹ 10 ਦਿਨ ਵਾਸਤੇ ਇਹ ਸਾਰਾ ਪਤਾ ਨਹੀਂ ਕਿਉਂ ਉਹਨਾਂ ਨੇ ਕੀਤਾ ਇਹ ਮੈਂ ਸਵਾਲ ਪੁੱਛਣਾ ਚਾਹੁੰਦਾ ਇਹ ਉਹਨਾਂ ਨੂੰ ਹਾਂ ਪੁੱਛੋ। ਵੀ ਜਦੋਂ ਇੱਕ ਗੱਲ ਸੁਣੋ ਜਾਂ ਤਾਂ ਤੁਹਾਡੀ ਮਨਸ਼ਾ ਹੈ ਵੀ ਇਲੈਕਸ਼ਨ ਨਾ ਹੋਵੇ ਜਨਰਲ ਆਪਣੇ ਇੰਟਰਨਲ ਤੁਸੀਂ ਉਹਨੂੰ ਕੰਪਲਿਕੇਟ ਕਰਕੇ ਖਰਾਬ ਕਰਨਾ ਚਾਹੁੰਦੇ ਜੇ ਕੋਟਾ ਕਚਹਿਰੀ ਚ ਲਿਜਾਣਾ ਚਾਹੁੰਦੇ ਜੇ ਬਈ 5 ਤਰੀਕ ਦੀ ਕੋਆਪਸ਼ਨ ਦੀ ਮੀਟਿੰਗ ਦੀ ਨੋਟਿਸ ਹੋ ਚੁੱਕਿਆ 5 ਤਰੀਕ ਤੋਂ ਬਾਅਦ ਵਿਦਿਨ 15 ਡੇਜ਼ ਇਲੈਕਸ਼ਨ ਹੋਣੀ ਹੈ ਮੈਂਡੇਟਰੀ ਆ ਫਿਰ ਇਸ਼ੂ ਕੀ ਆ ਇਹਦਾ ਮਤਲਬ ਉਹਨਾਂ ਦੇ ਮਨ 'ਚ ਕੋਈ ਹੋਰ ਭਾਵਨਾ ਹੈ ਕਿਉਂਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਨਵਾਂ ਪਿਆਰ ਪਿਆ ਹੈ ਉਹਨੂੰ ਲੱਗਦਾ ਹੋਊਗਾ ਕਿ ਅਸੀਂ ਇੰਟਰਨਲ ਇਲੈਕਸ਼ਨ ਨੂੰ ਡਿਲੇ ਕਰ ਸਕਦੇ ਨਾ ਹੀ ਕਰਾਈਏ ਨਹੀਂ ਉਹ ਦੇ ਜਾਣ ਮੇਰੀ ਗੱਲ ਸੁਣੋ